ਉਹ ਸਾਹਿਬਜ਼ਾਦੇ ਸ਼ਹੀਦ ਹੋ ਗਏ ਹਨ। ਉਹ ਕਿੱਦਾਂ ਸ਼ਹੀਦ ਹੋਏ ਆ, ਉਹਨਾਂ ਦਾ ਇਤਿਹਾਸ ਸਾਨੂੰ ਪੜ੍ਹਨਾ ਚਾਹੀਦਾ। ਅਤੇ ਆਪਾਂ ਵਿਚਾਰਦੇ ਹਾਂ ਚਮਕੌਰ ਦੀ ਗੜੀ ਦਾ ਇਤਿਹਾਸ। ਸਤਿਗੁਰ ਸੱਚੇ ਪਾਤਸ਼ਾਹ ਜੀ ਜਦੋਂ ਚਮਕੌਰ ਦੀ ਗੜੀ 'ਤੇ ਪਹੁੰਚਦੇ ਹਨ ਅਤੇ ਉਸ ਤੋਂ ਪਹਿਲਾਂ ਸਰਸਾ ਨਦੀ ਪਾਰ ਕਰਦੇ ਹਨ। ਇੱਥੋਂ ਆਪਾਂ ਕਥਾ ਸ਼ੁਰੂ ਕਰਦੇ ਹਾਂ। ਆਪਾਂ ਪੜ੍ਹਦੇ ਹਾਂ ਇੱਕ ਮਹਾਂਕਾਵ ਇੰਦਰਜੀਤ ਸਿੰਘ ਤੁਲਸੀ ਜੀ ਦਾ ਲਿਖਿਆ ਹੋਇਆ, ਅਤੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਕਿੰਨੀਆਂ ਮਿਹਨਤਾਂ ਕਰਕੇ ਗੁਰਮੁਖ ਪਿਆਰਿਆਂ ਨੇ ਕੱਲਾ ਕੱਲਾ ਸ਼ਬਦ, ਇੱਕ ਇੱਕ ਲਾਈਨ ਕਿੰਨੀ ਮਿਹਨਤ ਨਾਲ ਬਣਾਈ ਹੁੰਦੀ ਆ। ਅਤੇ ਇਹ ਸਾਡੀ ਤਰਾਸਦੀ ਆ ਵੀ ਅਸੀਂ ਇਹਨਾਂ ਵਿਚਾਰਾਂ ਨੂੰ, ਇਹਨਾਂ ਇਤਿਹਾਸਾਂ ਨੂੰ ਪੜ੍ਹਦੇ ਨਹੀਂ। ਇਸ ਵਾਸਤੇ ਜਿੱਥੋਂ ਤੱਕ ਵੀ ਆਵਾਜ਼ ਜਾਂਦੀ ਆ, ਉਹਨਾਂ ਸ਼ਹੀਦ ਸਿੰਘਾਂ ਨੂੰ ਨਤਮਸਤਕ ਹੁੰਦਿਆਂ ਹੋਇਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਉਹਨਾਂ ਨੂੰ ਨਮਸਕਾਰ ਕਰਦਿਆਂ ਹੋਇਆਂ ਸਾਰੀਆਂ ਸੰਗਤਾਂ ਗੁਰੂ ਚਰਨਾਂ ਦੇ ਵਿੱਚ ਜੁੜ ਮਿਲ ਬੈਠੋ। ਬਾਕੀ ਜਿਨ੍ਹਾਂ ਦੇ ਵੱਡੇ ਭਾਗ ਨੇ ਗੁਰੂ ਦੀ ਸੰਗਤ ਵਿੱਚ ਉਹੀ ਜੁੜ ਮਿਲ ਕੇ ਬੈਠਦੇ ਹਨ। ਜਿਹੜੇ ਨਹੀਂ ਬੈਠਦੇ, ਜਿੱਦਾਂ ਅਸੀਂ ਨਹੀਂ ਕੋਸ਼ਿਸ਼ ਕਰਦੇ ਵੀ ਸਾਡੇ ਆਪਣੇ ਬੱਚੇ ਆਣ ਕੇ ਗੁਰੂ ਚਰਨਾਂ 'ਚ ਬੈਠਣ, ਹੌਲੀ ਹੌਲੀ ਕਰਕੇ ਫਿਰ ਬੱਚੇ ਆਖੇ ਲੱਗਣੋਂ ਹੀ ਹਟ ਜਾਂਦੇ ਨੇ। ਫਿਰ ਉਹ ਕੋਈ ਨਿਆਣੇ ਕਹਿਣੇ ਕਾਰੇ 'ਚ ਨਹੀਂ ਰਹਿੰਦੇ। ਫਿਰ ਲੋਕ ਦੁਖੀ ਹੁੰਦੇ ਨੇ। ਫਿਰ ਲੋਕ ਸਾਡੇ ਕੋਲ ਨਾ ਗੁਰਦੁਆਰਿਆਂ 'ਚ ਆਣ ਕੇ ਅਰਦਾਸਾਂ ਕਰਾਉਂਦੇ ਆ, ਉਹ ਜੀ ਸਾਡੇ ਬੱਚੇ ਨਸ਼ੇ 'ਤੇ ਲੱਗ ਗਏ, ਬੁਰੀ ਸੰਗਤ 'ਚ ਪੈ ਗਏ, ਉਹ ਆਖੇ ਨਹੀਂ ਲੱਗਦੇ। ਭਲੇ ਉਹ ਜਦੋਂ ਅਜੇ ਉਹ ਬੂਟੇ ਨਿੱਕੇ ਸੀ ਉਦੋਂ ਤੁਸੀਂ ਉਹਨਾਂ ਨੂੰ ਕੰਟਰੋਲ ਕੀਤਾ ਹੀ ਨਹੀਂ। ਨਾ ਤੁਸੀਂ ਆਪ ਗੁਰੂ ਦੇ ਚਰਨਾਂ 'ਚ ਜੁੜ ਮਿਲ ਕੇ ਬੈਠੇ, ਨਾ ਆਪਣੇ ਨਿਆਣਿਆਂ ਨੂੰ ਲੈ ਕੇ ਬੈਠੇ, ਅਤੇ ਅਗਾਂਹ ਫਿਰ ਭਵਿੱਖ ਫਿਊਚਰ 'ਚ ਕੀ ਹੋਣਾ ਉਹ ਅਸੀਂ ਸਾਰੇ ਜਾਣਦੇ ਹਾਂ। ਰਹੋ ਜੀ ਵਿਚਾਰ ਗੁਰੂ ਕਾ ਇਤਿਹਾਸ ਵਿਚਾਰੀਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਨ ਕਰਨ ਲੱਗੇ। ਹੰਸਾ ਮੋਤੀ ਚੁਗਣੇ, ਕਾਗਾਂ ਖਾਣੇ ਮਾਸ, ਸਰਵਰ ਪੰਖੀ ਹੇਕੜੋ, ਫਾਹੀ ਵਾਲ 50। ਜਿਹੜੇ ਹੰਸ ਹੁੰਦੇ ਨੇ ਉਹ ਮੋਤੀ ਚੁਗਦੇ ਨੇ, ਜਿਹੜੇ ਕਾਂ ਹੁੰਦੇ ਹਨ ਉਹ ਮਾਸ ਖਾਂਦੇ ਹਨ। ਇਹ ਜਿਹੜੀ ਸਰਸਾ ਨਦੀ ਆ, ਇਹਦੇ ਉੱਤੇ ਗੁਰੂ ਕੇ ਪਿਆਰੇ ਸਿੰਘ ਆਏ ਹਨ, ਪਰ ਇਹਨਾਂ ਨੂੰ ਫੜਨ ਵਾਸਤੇ ਬੇਗਿਣਤ ਸੈਨਾ ਪਿੱਛੇ ਲੱਗੀ ਹੋਈ ਆ। ਦੇਂਦੇ ਸਨ ਉਪਦੇਸ਼ ਇਹ ਸਤਿਗੁਰ ਜਦ ਰਣ ਧੀਰ, ਸਰਸਾ ਕੰਡੇ ਆ ਪਈ ਪਿੱਛੋਂ ਆਣ ਵਹੀਰ। ਉਹਨਾਂ ਪਹਾੜੀ ਰਾਜਿਆਂ ਨੇ, ਮੁਗਲਾਂ ਨੇ ਝੂਠੀਆਂ ਕਸਮਾਂ ਖਾਧੀਆਂ ਸੀ, ਜਿਹੜੀਆਂ ਉਹਨਾਂ ਨੂੰ ਤੋੜ ਕੇ ਅਤੇ ਸਰਸਾ ਨਦੀ ਦੇ ਕੰਢੇ 'ਤੇ ਆਣ ਕੇ ਸਤਿਗੁਰੂ ਜੀ ਦੇ ਉੱਤੇ ਹਮਲਾ ਕਰ ਦਿੱਤਾ। ਹੋਇਆ ਖੂਬ ਮੁਕਾਬਲਾ, ਦੁਸ਼ਮਣ ਹੋਏ ਸ਼ਾਰ, ਚੱਲਣ ਪਈਆਂ ਗੋਲੀਆਂ, ਖੜਕ ਰਹੀ ਤਲਵਾਰ। ਬਹੁਤ ਵੱਡਾ ਭਾਰੀ ਮੁਕਾਬਲਾ ਹੋਇਆ। ਸਤਿਗੁਰੂ ਜੀ ਨੇ ਬਹੁਤ ਸਾਰੇ ਦੁਸ਼ਮਣਾਂ ਨੂੰ, ਸਿੰਘਾਂ ਨੇ ਸ਼ਾਰ ਮਤਲਬ ਸਵਾਹ ਕਰ ਦਿੱਤਾ। ਗੋਲੀਆਂ ਚੱਲਣ ਲੱਗੀਆਂ, ਤਲਵਾਰਾਂ ਖੜਕਣ ਲੱਗੀਆਂ। ਅੰਮ੍ਰਿਤ ਵੇਲਾ ਹੋ ਗਿਆ, ਲੜਦੇ ਰਹੇ ਸਰਦਾਰ, ਸਤਿਗੁਰ ਲਾ ਕੇ ਬਹਿ ਗਏ ਆਸਾ ਜੀ ਦੀ ਵਾਰ। ਅਸੀਂ ਤਾਂ ਥੋੜ੍ਹੇ ਜਿਹੇ ਕਿਤੇ ਥੱਕੇ ਟੁੱਟੇ ਹੋਈਏ ਅਤੇ ਅਸੀਂ ਅੰਮ੍ਰਿਤ ਵੇਲੇ ਉੱਠਦੇ ਹੀ ਨਹੀਂ, ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ, ਅਸੀਂ ਸੁੱਤੇ ਰਹਿੰਦੇ ਹਾਂ। ਪਰ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੰਨੇ ਮੁਸੀਬਤਾਂ ਭਰੇ ਸਮੇਂ ਦੇ ਵਿੱਚ ਵੀ ਭੁੱਖ ਨਾਲ ਬਹੁਤ ਬੁਰਾ ਹਾਲ ਹੋਇਆ ਪਿਆ। ਨਾ ਕੋਲ ਚੰਗੇ ਸ਼ਸਤਰ ਨੇ, ਗੜੇ ਪੈ ਰਹੇ ਨੇ, ਮੀਂਹ ਪੈ ਰਿਹਾ ਵਾ, ਅੱਗੇ ਇੰਨਾ ਵੱਡਾ ਜਿਹੜਾ ਸਰਸਾ ਨਦੀ ਉਹ ਚੜ੍ਹੀ ਹੋਈ ਆ, ਪਰ ਤਾਂ ਵੀ ਅੰਮ੍ਰਿਤ ਵੇਲਾ ਹੋਇਆ ਅਤੇ ਗੁਰੂ ਸਾਹਿਬ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ। ਭੋਗ ਪਿਆ ਤਾਂ ਸਾਹਿਬਾਂ ਕੀਤਾ ਏ ਫੁਰਮਾਨ, ਲੜਦੇ ਲੜਦੇ ਚੀਰੀਏ ਸਰਸਾ ਦਾ ਤੂਫਾਨ। ਆਸਾ ਦੀ ਵਾਰ ਦੇ ਕੀਰਤਨ ਦਾ ਭੋਗ ਪਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਗੁਰੂ ਕੇ ਸਿੰਘੋ, ਜਿਹੜਾ ਰੱਬ ਆ, ਜਿਹੜਾ ਪਰਮਾਤਮਾ ਵਾ, ਉਹ ਸਾਡਾ ਇਮਤਿਹਾਨ ਲੈ ਰਿਹਾ ਵਾ, ਸਾਡੀ ਪ੍ਰੀਖਿਆ ਲੈ ਰਿਹਾ ਵਾ। ਇਸ ਵਾਸਤੇ ਇੱਦਾਂ ਕਰੋ, ਲੜਦਿਆਂ ਲੜਦਿਆਂ ਸਾਨੂੰ ਸਰਸਾ ਨਦੀ ਜਿਹੜੀ ਆ ਉਹ ਪਾਰ ਕਰਨੀ ਪੈਣੀ ਆ। ਸਰਸਾ ਕਹਿੰਦੀ ਡੋਬਣੇ, ਭਰ ਭਰ ਤੇਰੇ ਪੂਰ, ਸਤਿਗੁਰ ਕਹਿੰਦੇ ਤੋੜਨਾ ਤੇਰਾ ਅੱਜ ਗਰੂਰ।
ਮਾਨੋ ਸਰਸਾ ਨਦੀ ਕਹਿ ਰਹੀ ਸੀ ਵੀ ਸਤਿਗੁਰੂ ਜੀ ਮੈਂ ਤੁਹਾਡੇ ਪੂਰਾਂ ਦੇ ਪੂਰ ਰੋੜ ਕੇ ਲੈ ਜਾਵਾਂਗੀ, ਮੈਂ ਤੁਹਾਡੇ ਪਰਿਵਾਰ, ਤੁਹਾਡੀਆਂ ਮਾਤਾਵਾਂ, ਮਹਿਲ, ਗੁਰੂ ਦੇ ਸਿੰਘਾਂ ਨੂੰ ਰੋੜ ਕੇ ਲੈ ਜਾਵਾਂਗੀ ਆਪਣੇ ਵਿੱਚ। ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਚਨ ਕੀਤਾ ਹੈ, ਸਰਸਾ ਨਦੀ ਅੱਜ ਖਾਲਸਾ ਤੇਰਾ ਹੰਕਾਰ ਤੋੜ ਦੇਗਾ। ਉੱਠੋ ਮੇਰੇ ਖਾਲਸਾ ਬੋਲੇ ਇੰਜ ਹਜੂਰ, ਲੈ ਕੇ ਨਾਮ ਅਕਾਲ ਦਾ ਕਰ ਲਓ ਨਦੀ ਅਬੂਰ। ਗੁਰੂ ਸਾਹਿਬ ਨੇ ਕਿਹਾ ਗੁਰੂ ਦੇ ਖਾਲਸਿਓ ਡਰਨਾ ਨਹੀਂ, ਚੜ੍ਹਦੀ ਕਲਾ ਨਾਲ ਸਰਸਾ ਨਦੀ ਵਿੱਚ ਠਿੱਲ ਪਾਓ, ਇਹਨੂੰ ਪਾਰ ਕਰ ਦਿਓ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈ ਕੇ। ਸਾਡੇ ਇਤਿਹਾਸ ਵਿੱਚ ਕਈ ਇਹੋ ਜਿਹੀਆਂ ਘਟਨਾਵਾਂ ਨੇ। ਮਹਾਰਾਜਾ ਰਣਜੀਤ ਸਿੰਘ ਆਪਣੀਆਂ ਫੌਜਾਂ ਲੈ ਕੇ ਅਟਕ ਦਰਿਆ ਦੇ ਕੰਢੇ 'ਤੇ ਪਹੁੰਚਿਆ ਹੋਇਆ, ਅੱਗੇ ਦਰਿਆ ਚੜ੍ਹਿਆ ਹੋਇਆ। ਅਕਾਲੀ ਫੂਲਾ ਸਿੰਘ ਵਰਗੇ ਗੁਰੂ ਕੇ ਯੋਧੇ, ਉਹਨਾਂ ਨੇ ਕਿਹਾ ਜਿਹੜਾ ਅਟਕਿਆ ਇਹ ਸਾਡੇ ਕੰਮ ਵਿੱਚ ਅਟਕ ਭਾਵ ਰੋਕ ਨਹੀਂ ਪਾ ਸਕਦਾ, ਇਹਨੂੰ ਅਸੀਂ ਪਾਰ ਕਰਾਂਗੇ। ਆਪਣੇ ਲਾਗੋਂ ਦੀ ਦਰਿਆ ਲੰਘਦਾ ਬਿਆਸ ਦਰਿਆ, ਇਹਦੇ ਕੰਢੇ ਦੇ ਉੱਤੇ ਭਾਈ ਗੁਰਦਾਸ ਜੀ ਦੂਸਰੇ ਪਾਸੇ ਖਲੋਤੇ ਨੇ, ਅੱਗੇ ਬਿਆਸ ਦਰਿਆ ਚੜ੍ਹਿਆ ਹੋਇਆ। ਸਿੱਖ ਸੰਗਤਾਂ ਕਹਿਣ ਲੱਗੀਆਂ ਜੀ ਇਸ ਵੇਲੇ ਤੇ ਬੇੜੀਆਂ ਵਾਲੇ ਵੀ ਨਹੀਂ ਹੈਗੇ ਤੇ ਆਪਾਂ ਗੋਇੰਦਵਾਲ ਸਾਹਿਬ ਕਿੱਦਾਂ ਜਾਵਾਂਗੇ। ਭਾਈ ਗੁਰਦਾਸ ਜੀ ਕਹਿਣ ਲੱਗੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਪੜ੍ਹਦੇ ਆ ਜਪਜੀ ਸਾਹਿਬ, ਸੁਣਿਆ ਹਾਥ ਹੋਵੇ ਅਸਗਾ, ਰੱਬ ਦਾ ਨਾਮ ਸੁਣੀਏ ਤੇ ਜਿਹੜਾ ਡਰਾਵਣਾ ਸੰਸਾਰ ਸਮੁੰਦਰ ਆ ਉਹ ਵੀ ਇੱਕ ਗਿੱਠ ਜਿੰਨਾ ਲੱਗਣ ਲੱਗ ਜਾਂਦਾ। ਰੱਬ ਦੇ ਪਿਆਰਿਆਂ ਦੇ ਵਾਸਤੇ ਕੋਈ ਮੁਸ਼ਕਲ ਨਹੀਂ ਹੁੰਦਾ, ਲੋਕਾਂ ਵਾਸਤੇ ਹੋਊਗਾ ਮਰਨਾ, ਦਰਗਾਹ 'ਚ ਜਾਣਾ ਕੀ ਹੋਏਗਾ। ਰੱਬ ਦੇ ਪਿਆਰੇ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਆ। ਰੱਬ ਦੇ ਪਿਆਰਿਆਂ ਨੂੰ ਮਰਨ ਤੋਂ ਵੀ ਕੋਈ ਡਰ ਨਹੀਂ ਵੀ ਅਸੀਂ ਕਿਹੜਾ ਬੇਗਾਨੀ ਥਾਂ ਜਾਣਾ, ਗੁਰੂ ਦੀ ਗੋਦ 'ਚ ਜਾਣਾ। ਜਿੰਨਾ ਚਿਰ ਜਿਉਂਦੇ ਰਹੇ ਆ ਗੁਰੂ ਦੀ ਗੋਦ 'ਚ ਸਮਾਂ ਬਤੀਤ ਕੀਤਾ ਤੇ ਮਰਨ ਤੋਂ ਬਾਅਦ ਕਿਹੜਾ ਬੇਗਾਨੇ ਥਾਂ ਜਾਣਾ। ਇਸ ਵਾਸਤੇ ਉਹਨਾਂ ਨੂੰ ਰੱਬ ਦੇ ਪਿਆਰਿਆਂ ਨੂੰ ਕੋਈ ਚਿੱਤਰ ਗੁਪਤ ਧਰਮਰਾਜ ਕੋਈ ਇਹੋ ਜਿਹਾ ਕਿਸੇ ਤਰ੍ਹਾਂ ਦਾ ਡਰ ਨਹੀਂ ਆ। ਭਾਈ ਗੁਰਦਾਸ ਜੀ ਨੇ ਬਿਆਸ ਦਰਿਆ ਨਾਮ ਜਪਦੇ ਹੋਏ ਸੰਗਤਾਂ ਦੇ ਨਾਲ ਪਾਰ ਕਰ ਲਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਇਹ ਸਰਸਾ ਨਦੀ ਵਿੱਚ ਅਟਕ ਨਹੀਂ ਪਾ ਸਕਦੀ, ਇਹਨੂੰ ਅਸੀਂ ਪਾਰ ਕਰਾਂਗੇ। ਉੱਠੋ ਗੁਰੂ ਦੇ ਖਾਲਸਿਓ, ਬੇਸ਼ੱਕ ਹੈ ਨਹੀਂ ਬੇੜੀਆਂ ਬੇਸ਼ੱਕ ਕੰਢਾ ਦੂਰ, ਹੇਠਾਂ ਹੜ ਹੈ ਕਹਿਰ ਦਾ ਉੱਤੋਂ ਪੈਂਦੀ ਭੂਰ। ਬੇਸ਼ੱਕ ਇਹ ਜਿਹੜੀ ਸਰਸਾ ਨਦੀ ਇਹਦਾ ਜਿਹੜਾ ਪਾੜ ਆ, ਇਹਦਾ ਜਿਹੜਾ ਦਾਇਰਾ ਵਾ ਕਾਫੀ ਵੱਡਾ ਹੋਇਆ, ਕਿਉਂਕਿ ਪਹਾੜੀਆਂ ਵਿੱਚੋਂ ਮੀਂਹ ਪੈ ਪੈ ਕੇ ਪਾਣੀ ਬਹੁਤ ਜ਼ਿਆਦਾ ਆ ਗਿਆ ਸੀ, ਇਹਦਾ ਆਕਾਰ ਬਹੁਤ ਵੱਡਾ ਹੋ ਗਿਆ ਸੀ। ਗੁਰੂ ਸਾਹਿਬ ਨੇ ਬਚਨ ਕੀਤਾ ਬੇਸ਼ੱਕ ਕੰਢਾ ਇਹਦਾ ਪਾਰਲਾ ਦੂਰ ਆ ਤੇ ਬੇਸ਼ੱਕ ਹੜ੍ਹ ਦਾ ਪਾਣੀ ਕਹਿਰ ਮਚਾਉਂਦਾ ਪਿਆ ਵਾ, ਪਰ ਗੁਰੂ ਦੇ ਸਿੱਖੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰੂ ਪਾਰੇ ਉਤਾਰਨ ਹਾਰ। ਵਾਹਿਗੁਰੂ ਦਾ ਨਾਮ ਜਹਾਜ਼ ਆ, ਵਾਹਿਗੁਰੂ ਵਾਹਿਗੁਰੂ ਜਪਦੇ ਜੰਗ ਜੁੱਧ ਕਰਦੇ ਹੋਏ ਸਰਸਾ ਨਦੀ ਵਿੱਚ ਪੈਰ ਪਾਓ, ਗੁਰੂ ਦੇ ਉੱਤੇ ਸ਼ਰਧਾ ਭਰੋਸਾ ਰੱਖੋ। ਸਤਿਗੁਰੂ ਜੀ ਦੇ ਭਾਣੇ ਵਿੱਚ ਜਿਹੜੇ ਸਿੰਘ ਰੁੜ ਜਾਣਗੇ ਸਰਸਾ ਨਦੀ ਵਿੱਚ ਰੁੜ ਜਾਣਗੇ, ਜਿਹੜੇ ਬਚ ਜਾਣਗੇ ਗੁਰੂ ਦੇ ਉੱਤੇ ਆਸ ਭਰੋਸਾ ਰੱਖ ਕੇ ਸਰਸਾ ਨਦੀ ਨੂੰ ਪਾਰ ਕਰੋ। ਸਤਿਗੁਰ ਸਰਸਾ ਚੀਰ ਕੇ ਜਾ ਪਹੁੰਚੇ ਉਸ ਪਾਰ, ਖੇਰੂ ਖੇਰੂ ਹੋ ਗਿਆ ਸਾਰਾ ਹੀ ਪਰਿਵਾਰ। ਸਤਿਗੁਰੂ ਜੀ ਸਰਸਾ ਨਦੀ ਨੂੰ ਚੀਰ ਕੇ ਪਾਰਲੇ ਪਾਸੇ ਚਲੇ ਗਏ, ਪਰ ਗੁਰੂ ਦਾ ਜਿਹੜਾ ਪਰਿਵਾਰ ਸੀ ਉਹ ਖੇਰੂ ਖੇਰੂ ਹੋ ਗਿਆ। ਗੁਰੂ ਕੇ ਮਹਿਲ ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ, ਭਾਈ ਮਨੀ ਸਿੰਘ ਜੀ ਦੇ ਨਾਲ ਇਹ ਦਿੱਲੀ ਵਾਲੇ ਪਾਸੇ ਨੂੰ ਚਲੇ ਗਏ ਹਨ। ਪਹਿਲਾਂ ਕੋਟਕਪੂਰੇ ਰਹੇ ਨੇ, ਉਸ ਤੋਂ ਬਾਅਦ ਦਿੱਲੀ ਚਲੇ ਗਏ ਹਨ। ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਸਰਸਾ ਨਦੀ ਦੇ ਕੰਢੇ ਕੰਢੇ ਤੁਰਦੇ ਹੋਏ ਅਗਾਂਹ ਜਿੱਥੇ ਪੱਤਣ ਸੀ, ਜਿੱਥੋਂ ਸਰਸਾ ਨਦੀ ਨੂੰ ਪਾਰ ਕਰਦੇ ਸਨ, ਜੰਗ ਹੋ ਰਿਹਾ, ਰੌਲਾ ਪਿਆ ਹੋਇਆ, ਖੂਨ ਵਗ ਰਹੇ ਆ, ਉੱਥੇ ਕਿੰਨੀ ਕੱਟ ਵੱਢ ਹੋ ਰਹੀ ਆ, ਫੜ ਲਓ ਮਾਰ ਲਓ, ਅੱਲਾਹੂ ਅਕਬਰ ਦੇ ਨਾਅਰੇ ਲੱਗ ਰਹੇ, ਕਿਸੇ ਨੂੰ ਕੁਛ ਪਤਾ ਨਹੀਂ ਲੱਗਦਾ। ਮਾਤਾ ਜੀ ਨੇ ਸੋਚਿਆ ਮੈਂ ਇਹੀ ਕਰਾਂ, ਆਪਣੇ ਛੋਟੇ ਮਾਸੂਮ ਪੋਤਰੇ ਤੇ ਬਚਾਵਾਂ। ਮਾਤਾ ਗੁਜਰੀ ਜੀ ਉਹਨਾਂ ਬੱਚਿਆਂ ਨੂੰ ਲੈ ਕੇ ਕੰਢੇ ਕੰਢੇ ਚੱਲਦੇ ਹੋਏ ਅਗਾਂਹ ਚੱਲ ਗਏ ਆ। ਅਗਾਂਹ ਕੀ ਹੁੰਦਾ ਉਹ ਇਤਿਹਾਸ ਜਿਹੜਾ ਆਪਾਂ ਬਾਅਦ ਵਿੱਚ ਵਿਚਾਰਾਂਗੇ। ਸਤਿਗੁਰੂ ਜੀ ਦਾ ਪਰਿਵਾਰ ਇੱਥੇ ਖੇਰੂ ਖੇਰੂ ਹੋ ਗਿਆ।
ਮਾਲ ਖਜ਼ਾਨਾ ਪੋਥੀਆਂ ਰੁੜੀਆਂ ਬੇਸ਼ੁਮਾਰ, ਸਾਲਾਂ ਬੱਧੀਆਂ ਮਿਹਨਤਾਂ ਗਈਆਂ ਸਭ ਬੇਕਾਰ। ਸਾਰਾ ਮਾਲ ਰੁੜ ਗਿਆ, ਸੋਨਾ ਚਾਂਦੀ ਹੀਰੇ ਜਵਾਹਰਾਤ ਬਹੁਤ ਕੁਝ ਰੁੜ ਗਿਆ ਇਸ ਸਰਸਾ ਨਦੀ ਦੇ ਵਿੱਚ। ਪੋਥੀਆਂ ਰੁੜ ਗਈਆਂ, ਗੁਰੂ ਕੇ ਗ੍ਰੰਥ ਇਸ ਨਦੀ ਵਿੱਚ ਰੁੜ ਗਏ ਜਿਹੜੇ 52 ਕਵੀਆਂ ਨੇ ਤਿਆਰ ਕੀਤੇ ਸੀ। ਕਈ ਦੂਸਰੇ ਗ੍ਰੰਥਾਂ ਦੀ ਟਰਾਂਸਲੇਸ਼ਨ ਕੀਤੀ ਸੀ ਜਿਹਨੂੰ ਉਲੱਥੇ ਕਹਿੰਦੇ ਨੇ, ਉਹ ਵੀ ਸਰਸਾ ਨਦੀ ਵਿੱਚ। ਸਤਿਗੁਰੂ ਜੀ ਦਾ ਵਿਦਿਆਧਰ ਗ੍ਰੰਥ ਵੀ ਰੁੜ ਗਿਆ। ਬਹੁਤ ਕੁਝ ਰੁੜ ਗਿਆ ਇਸ ਨਦੀ ਦੇ ਵਿੱਚ। ਜਿਹੜੀਆਂ ਸਾਲਾਂ ਦੀਆਂ ਕੀਤੀਆਂ ਹੋਈਆਂ ਮਿਹਨਤਾਂ ਸਨ, ਉਹ ਮਿਹਨਤਾਂ ਬੇਕਾਰ ਚਲੀਆਂ ਗਈਆਂ। ਜੋਰਾਵਰ ਸਿੰਘ ਫਤਿਹ ਸਿੰਘ ਵਿਛੜੇ ਗੁਜਰੀ ਮਾਤ, ਵਿਛੜੇ ਜੀਤ ਜੁਝਾਰ ਸੀ ਕਿਸੇ ਨਾ ਪੁੱਛੀ ਬਾਤ। ਚਾਰੇ ਸਾਹਿਬਜ਼ਾਦੇ ਵਿਛੜ ਗਏ ਨੇ, 2 ਹਿੱਸੇ ਹੋ ਗਏ ਨੇ ਸਾਹਿਬਜ਼ਾਦਿਆਂ ਦੇ। ਮਹਿਲ ਗੁਰਾਂ ਦੇ ਰੋਪੜੋਂ ਪਹੁੰਚੇ ਦਿੱਲੀ ਸ਼ਹਿਰ, ਇੱਕ ਇੱਕ ਜੀ ਤੇ ਵੱਖਰਾ ਟੁੱਟਣ ਲੱਗਾ ਕਹਿਰ। ਹੁਣ ਸਾਰੇ ਟੱਬਰ ਦੇ ਜੀ ਸੋਚਦੇ ਆ, ਉਦੋਂ ਕੋਈ ਆ ਖਬਰ ਦੇਣ ਵਾਸਤੇ ਕੋਈ ਫੋਨ ਆਦਿ ਤੇ ਕੁਛ ਵੀ ਨਹੀਂ ਸੀ ਹੈਗਾ। ਕਾਲੀ ਬੋਲੀ ਹਨੇਰੀ ਰਾਤ ਆ, ਇੰਨਾ ਦਰਿਆ ਚੜ੍ਹਿਆ ਵਾ। ਹੁਣ ਇੱਥੋਂ ਤੁਸੀਂ ਹਿਸਾਬ ਲਾ ਲਓ ਵੀ ਜਦੋਂ ਪਿਛਲੇ ਸਮੇਂ ਵਿੱਚ ਹੜ੍ਹ ਆਏ ਆ, ਰਾਤ ਸੁੱਤੇ ਪਿਆਂ ਨੂੰ ਉਹ ਹੜ੍ਹ ਲੋਕਾਂ ਨੂੰ ਰੋੜ ਕੇ ਲੈ ਗਿਆ ਜਿੱਥੇ ਬੱਦਲ ਫਟ ਜਾਂਦੇ ਆ। ਕਿੰਨੀ ਚਿੰਤਾ ਹੁੰਦੀ ਆ। ਇੱਕ ਟੱਬਰ 3 ਹਿੱਸਿਆਂ 'ਚ ਵੰਡਿਆ ਜਾਵੇ ਤੇ ਇੱਕ ਟੱਬਰ ਦਾ ਹਿੱਸਾ ਬਾਕੀ 2 ਹਿੱਸਿਆਂ ਦੇ ਬਾਰੇ ਸੋਚਦਾ ਵਾ ਵੀ ਪ੍ਰਮਾਤਮਾ ਹੇ ਰੱਬਾ ਕੀ ਹੋਇਆ ਹੋਏਗਾ। ਮਾਤਾਵਾਂ ਸੋਚਦੀਆਂ ਵੀ ਸਾਡੇ ਬੱਚੇ ਸਰਸਾ ਨਦੀ 'ਚ ਨਾ ਰੁੜ ਗਏ ਹੋਣ। ਮਾਤਾ ਗੁਜਰੀ ਜੀ ਸੋਚਦੇ ਆ ਵੀ ਮੇਰੀਆਂ ਨੌਹਾਂ ਕਿੱਧਰ ਗਈਆਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਸੋਚਦੇ ਆ ਵੀ ਸਾਡੇ ਦੋਵੇਂ ਛੋਟੇ ਭਰਾ ਉਹ ਪਤਾ ਨਹੀਂ ਵਿਚਾਰੇ ਸਰਸਾ ਨਦੀ 'ਚ ਨਾ ਰੁੜ ਗਏ ਹੋਣ, ਕਿਉਂਕਿ ਪਾਣੀ ਬਹੁਤ ਜ਼ਿਆਦਾ ਤੇਜ਼ ਸੀ। ਇਸ ਵਾਸਤੇ ਕੱਲਾ ਕੱਲਾ ਜਿਹੜਾ ਟੱਬਰ ਦਾ ਜੀ ਆ ਉਹ ਸੋਚਦਾ ਪਿਆ। ਮਹਿਲ ਗੁਰਾਂ ਦੇ ਰੋਪੜੋਂ ਪਹੁੰਚੇ ਦਿੱਲੀ ਸ਼ਹਿਰ, ਇੱਕ ਇੱਕ ਜੀ ਤੇ ਵੱਖਰਾ ਟੁੱਟਣ ਲੱਗਾ ਕਹਿਰ। ਸੱਜੇ ਹੱਥ ਅਜੀਤ ਸੀ ਖੱਬੇ ਹੱਥ ਜੁਝਾਰ, ਲਾ ਕੇ ਦੋਵੇਂ ਉਂਗਲੀ ਟੁਰੀ ਜਾਏ ਦਾਤਾਰ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਇੱਥੇ ਹਕੀਮ ਅੱਲਾ ਯਾਰ ਖਾਂ ਜੋਗੀ ਰਹਿਮਾਨੀ ਨੈਸ਼ਨਲ ਪੋਇਟਰ ਉਹ ਲਿਖਦੇ ਨੇ। ਉਹਨਾਂ ਦੀ ਰਚਨਾ ਦੀ ਨਹੀਂ ਮੈਂ ਅੱਜ ਵਿਆਖਿਆ ਕਰ ਰਿਹਾ, ਉਹ ਆਲਰੇਡੀ ਪਿਛਲੇ ਸਮਿਆਂ 'ਚ ਕੀਤੀ ਆ ਵੱਡੇ ਵੱਡੇ ਸਥਾਨਾਂ ਦੇ ਉੱਤੇ। ਚਮਕੌਰ ਸਾਹਿਬ ਮਹਾਰਾਜ ਨੇ ਸੇਵਾ ਲਈ, ਗੁਰਦੁਆਰਾ ਕਤਲਗੜ੍ਹ ਸਾਹਿਬ, ਫਿਰ ਨਾਢਾ ਸਾਹਿਬ ਪੰਚਕੂਲਾ ਹਰਿਆਣਾ, ਉੱਥੇ ਉਸ ਰਚਨਾ ਦੀ ਵਿਆਖਿਆ ਕੀਤੀ ਆ। ਚੰਡੀਗੜ੍ਹ 'ਚ ਗੁਰਦੁਆਰਾ ਬਾਗ ਸ਼ਹੀਦਾਂ ਤੱਕ ਕਈ ਥਾਵਾਂ ਦੇ ਉੱਤੇ, ਅਤੇ ਉਹਦੀ ਆਲਰੇਡੀ ਰਿਕਾਰਡਿੰਗ ਮੈਂ ਸ਼ੇਅਰ ਕਰ ਦਿੱਤੀ ਸੀ। ਕਿਸੇ ਗੁਰਮੁਖ ਪਿਆਰੇ ਨੇ ਘਰੇ ਵੀ ਸੁਣਨੀ ਹੋਵੇ ਤੁਸੀਂ ਸੁਣ ਸਕਦੇ ਹੋ। ਉਹ ਰਚਨਾ ਜਿਹੜੀ ਆ ਉਹ ਵੀ ਬੜੀ ਮਹਾਨ ਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਥੇ ਬਚਨ ਕਰਦੇ ਆ ਚਮਕੌਰ ਦੀ ਕੱਚੀ ਗੜੀ 'ਚ, ਥੇ ਚਾਰ ਹੋ ਅਬ ਦੋ ਹੀ। ਮਹਾਰਾਜ ਰਾਤ ਦੇ ਸਮੇਂ ਚਮਕੌਰ ਦੀ ਗੜੀ 'ਚ ਬੈਠੇ ਸੋਚਦੇ ਆ ਵੀ ਤੁਸੀਂ ਮੇਰੇ 4 ਫਰਜ਼ੰਦ ਸੀ, 4 ਬੱਚੇ ਸੀ, ਪਰ ਹੁਣ 2 ਹੀ ਰਹਿ ਗਏ ਹੋ। ਥੇ ਚਾਰ ਹੋ ਅਬ ਦੋ ਹੀ, ਸਹਿਰ ਜੇ ਵੀ ਨਾ ਹੋਗੇ। ਸਹਿਰ ਦਾ ਅਰਥ ਹੁੰਦਾ ਸਵੇਰੇ। ਸਵੇਰੇ ਪੁੱਤਰ ਤੁਸੀਂ ਵੀ ਨਹੀਂ ਰਹਿਣਾ, ਸਵੇਰੇ ਤੁਸੀਂ ਵੀ ਚਲੇ ਜਾਓਗੇ। ਥੇ ਚਾਰ ਹੋ ਅਬ ਦੋ ਹੀ, ਸਹਿਰ ਜੇ ਵੀ ਨਾ ਹੋਗੇ। ਹਮ ਸ਼ੁਕਰ ਕरेंगे ਅਗਰ ਜੇ ਵੀ ਨਾ ਹੋਗੇ। ਤਾਂ ਵੀ ਮੈਂ ਪਰਮਾਤਮਾ ਦਾ ਸ਼ੁਕਰ ਹੀ ਕਰਾਂਗਾ। ਮੇਰਾ ਇੱਥੇ ਕੀ ਆ, ਇਹ ਬੱਚੇ ਵੀ ਤਾਂ ਉਸ ਪਰਮਾਤਮਾ ਦੀਆਂ ਦਿੱਤੀਆਂ ਹੀ ਦਾਤਾਂ ਹਨ। ਸਤਿਗੁਰੂ ਜੀ ਹੁਣ ਦੋਵਾਂ ਸਾਹਿਬਜ਼ਾਦਿਆਂ ਨੂੰ ਆਪਣੇ ਨਾਲ ਲੈ ਕੇ ਚੱਲ ਪਏ ਹਨ। ਸਤਿਗੁਰੂ ਜੀ ਦੇ ਸੱਜੇ ਪਾਸੇ ਸਾਹਿਬਜ਼ਾਦਾ ਅਜੀਤ ਸਿੰਘ ਆ, ਖੱਬੇ ਪਾਸੇ ਸਾਹਿਬਜ਼ਾਦਾ ਜੁਝਾਰ ਸਿੰਘ ਆ। ਟੁਰਦੇ ਟੁਰਦੇ ਸਤਿਗੁਰੂ ਆ ਪਹੁੰਚੇ ਚਮਕੌਰ, 40 ਨਾਲ ਸੀ ਸੂਰਮੇ ਗੁਰ ਚਰਨਾਂ ਦੇ ਭੌਰ। ਗੁਰੂ ਦੇ ਚਰਨਾਂ ਦੇ ਭੌਰੇ 40 ਸਿੰਘ ਨਾਲ ਆ ਤੇ ਚਮਕੌਰ ਸਾਹਿਬ ਪਹੁੰਚ ਗਏ ਆ। ਮਸਾਂ ਸੀ ਬੈਠੇ ਆਣ ਕੇ ਇੱਕ ਗੜੀ ਵਿਚਕਾਰ, ਮਗਰੇ ਵਾਰਾਂ ਆ ਗਈਆਂ ਕਰਦੀਆਂ ਮਾਰੋ ਮਾਰ। ਅਜੇ ਮਸਾਂ ਬੈਠੇ ਸੀ ਚਮਕੌਰ ਦੀ ਗੜੀ ਵਿੱਚ। ਭਾਈ ਗਰੀਬੂ ਨੇ
ਚਮਕੌਰ ਦੀ ਗੜੀ ਦਿੱਤੀ ਸੀ ਵੀ ਮਹਾਰਾਜ ਤੁਸੀਂ ਇਹਦੇ 'ਚ ਟਿਕਾਣਾ ਕਰ ਲਓ। ਜਿਹੜਾ ਉਹਦਾ ਭਰਾ ਸੀ ਨਾ ਚੌਧਰੀ, ਉਹਦਾ ਗੜੀ ਦੇ ਉੱਤੇ ਕਬਜ਼ਾ ਸੀ। ਸਤਿਗੁਰੂ ਜੀ ਨੇ ਸੁਨੇਹਾ ਘੱਲਿਆ ਵੀ ਸਾਨੂੰ ਇਸ ਗੜੀ ਵਿੱਚ ਸ਼ਰਨ ਦੇ ਦਿਓ, ਇੱਥੇ ਅਸੀਂ ਰਾਤ ਕੱਟ ਲਈਏ, ਉਹ ਥੋੜ੍ਹੀ ਉੱਚੀ ਥਾਂ ਦੇ ਉੱਤੇ ਸੁਰੱਖਿਅਤ ਜਗ੍ਹਾ ਵਾ। ਚੌਧਰੀ ਕਹਿਣ ਲੱਗਾ ਨਹੀਂ ਅਸੀਂ ਨਹੀਂ ਥਾਂ ਦੇ ਸਕਦੇ, ਤੁਸੀਂ ਹਕੂਮਤ ਦੇ ਬਾਗੀ ਹੋ। ਜਦੋਂ ਇਸ ਗੱਲ ਦਾ ਪਤਾ ਚੌਧਰੀ ਦੇ ਦੂਸਰੇ ਭਰਾ ਭਾਈ ਗਰੀਬੂ ਨੂੰ ਲੱਗਿਆ, ਉਹਨੇ ਕਿਹਾ ਸੱਚੇ ਪਾਤਸ਼ਾਹ ਜੀ ਇਸ ਗੜੀ ਦੇ ਵਿੱਚ ਅੱਧਾ ਹਿੱਸਾ ਮੇਰਾ ਵੀ ਆ, ਪਰ ਜਿਹੜਾ ਮੇਰਾ ਭਰਾ ਵਾ ਉਹ ਜਾਬਰ ਆ, ਉਹਨੇ ਮਹਾਰਾਜ ਮੈਨੂੰ ਗੜੀ ਚੋਂ ਕੱਢ ਦਿੱਤਾ ਵਾ। ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਮੇਰੇ ਵਾਲਾ ਹਿੱਸਾ ਤੁਹਾਡੇ ਹਵਾਲੇ, ਤੁਸੀਂ ਉੱਥੇ ਰਹਿ ਲਓ। ਸਤਿਗੁਰੂ ਜੀ ਉੱਥੇ ਗੜੀ ਵਿੱਚ ਗਏ। ਗੁਰੂ ਸਾਹਿਬ ਨੇ ਉਹਦੇ ਭਰਾ ਨੂੰ ਕਿਹਾ ਵੇਖ ਭਾਈ ਗੱਲ ਇੱਦਾਂ, ਇੱਥੇ ਦੁਨੀਆ ਦਾ ਇੱਕ ਲਸਾਨੀ ਯੁੱਧ ਹੋਣਾ, ਇੱਕ ਬਹੁਤ ਵੱਡਾ ਯੁੱਧ ਹੋਣਾ, ਸਾਰੀ ਗੜੀ ਨੂੰ ਦੁਸ਼ਮਣਾਂ ਨੇ ਪਾ ਲੈਣਾ ਘੇਰਾ, ਤੂੰ ਆਪਣਾ ਪਰਿਵਾਰ ਲੈ ਕੇ ਤੇ ਪਰਾਂ ਪਿੰਡ ਵਿੱਚ ਚਲਿਆ ਜਾ, ਬਾਅਦ ਵਿੱਚ ਤੂੰ ਆਣ ਕੇ ਫਿਰ ਆਪਣੀ ਗੜੀ ਸੰਭਾਲ ਲਵੀਂ। ਅਸੀਂ ਨਹੀਂ ਚਾਹੁੰਦੇ ਵੀ ਤੇਰੇ ਟੱਬਰ ਦਾ ਕੋਈ ਨੁਕਸਾਨ ਹੋਵੇ, ਤੂੰ ਸੁਰੱਖਿਅਤ ਇੱਥੋਂ ਚਲਿਆ ਜਾ। ਅਜੇ ਸਤਿਗੁਰੂ ਜੀ ਮਸਾਂ ਆਣ ਕੇ ਗੜੀ 'ਚ ਬੈਠੇ ਸੀ, ਮਗਰੇ ਮਾਰੋ ਮਾਰ ਕਰਦੀਆਂ ਦੁਸ਼ਮਣ ਦੀਆਂ ਫੌਜਾਂ ਚੜ੍ਹ ਆਈਆਂ। ਅੱਗੇ ਕੀ ਕੁਝ ਵਰਤਿਆ ਕਿੰਜ ਲਿਖਾਂ ਮੈਂ ਖੋਲ, ਤੁਲਸੀ ਮੇਰੀ ਕਲਮ ਦੇ ਥਿੜਕ ਰਹੇ ਨੇ ਬੋਲ। ਇਸ ਤੋਂ ਅੱਗੇ ਹੁਣ ਕੀ ਹੋਇਆ? ਧੀਆਂ ਪੁੱਤਰਾਂ ਵਾਲਿਓ ਧਰੋ ਕਲੇਜੇ ਹੱਥ, ਲੱਗਾ ਕਰਨ ਬਿਆਨ ਹਾਂ ਸਾਕਾ ਇੱਕ ਸਿਰ ਲੱਥ। ਧੀਆਂ ਪੁੱਤਰਾਂ ਵਾਲਿਓ ਆਪਣੇ ਅੰਦਰ ਹੁਣ ਝਾਤ ਮਾਰ ਕੇ ਵੇਖਿਓ, ਜਦੋਂ ਸਾਡੇ ਬੱਚੇ ਜਵਾਨ ਹੁੰਦੇ ਆ ਅਸੀਂ ਕਿੰਨਾ ਉਹਨਾਂ ਨਾਲ ਮੋਹ ਕਰਦੇ ਹਾਂ, ਕਿੰਨਾ ਉਹਨਾਂ ਨਾਲ ਤੇਹ ਕਰਦੇ ਹਾਂ। ਹੁਣ ਇੱਥੇ ਮੈਂ ਉਹ ਸਾਕਾ ਬਿਆਨ ਕਰਨ ਲੱਗਾ, ਉਹਨਾਂ ਸਿਰ ਲੱਥ ਯੋਧਿਆਂ ਦਾ ਸਾਕਾ ਜਿਨ੍ਹਾਂ ਨੂੰ ਮਹਾਰਾਜ ਨੇ ਆਪਣੇ ਹੱਥੀਂ ਭੇਜ ਦਿੱਤਾ। ਆਪਣੇ ਬੱਚਿਆਂ ਨੂੰ ਆਪਣੇ ਜ਼ਿਹਨ ਵਿੱਚ ਰੱਖ ਕੇ ਇਸ ਕਥਾ ਨੂੰ ਧਿਆਨ ਨਾਲ ਸੁਣਿਓ। ਅੱਗੇ ਕੀ ਬੀਤੀਆਂ ਸਤਿਗੁਰ ਸੱਚੇ ਨਾਲ, ਆਪ ਗੜੀ ਦੀ ਇੰਜ ਸੁਣਾਉਂਦੀ ਹਾਲ, ਆਪ ਗੜੀ ਚਮਕੌਰ ਦੀ ਇੰਜ ਸੁਣਾਉਂਦੀ ਹਾਲ। ਕਵੀ ਜੀ ਕਹਿੰਦੇ ਵੀ ਇੱਥੇ ਕੀ ਕੁਝ ਹੋਇਆ। ਜਿਹੜੀ ਚਮਕੌਰ ਦੀ ਗੜੀ ਆ ਨਾ, ਉਹ ਆਪਣੇ ਬਾਰੇ ਆਪੇ ਦੱਸਦੀ ਆ। ਲੈ ਨੀ ਗੜੀਏ ਦੱਸ ਦੇ ਮੈਨੂੰ ਖੂਨੀ ਸਾਕਾ, ਕਿੰਜ ਪਿਆ ਦਸ਼ਮੇਸ਼ ਦੀ ਜਾਗੀਰ ਨੂੰ ਡਾਕਾ। ਕਵੀ ਇੰਦਰਜੀਤ ਸਿੰਘ ਜੀ ਤੁਲਸੀ ਆਪਣੇ ਮਹਾਕਾਵ ਵਿੱਚ ਲਿਖਦੇ ਆ, ਇਹ ਗ੍ਰੰਥ ਇੰਨਾ ਵੱਡਾ ਵਾ ਵੀ ਮਹੀਨਾ ਪੜ੍ਹੀ ਜਾਓ ਤੇ ਤਾਂ ਵੀ ਤੁਹਾਡੇ ਕੋਲੋਂ ਮੁੱਕੇ ਨਾ। ਗੁਰੂ ਗੋਬਿੰਦ ਸਿੰਘ ਦੇ ਜਨਮ ਤੋਂ ਲੈ ਕੇ ਜੋਤੀ ਜੋਤ ਸਮਾਉਣ ਤੱਕ ਦੀ ਇਹਦੇ ਵਿੱਚ ਕਥਾ ਵਾ। ਉਹਦੇ ਵਿੱਚੋਂ ਆਪਾਂ ਥੋੜ੍ਹਾ ਜਿਹਾ ਹਿੱਸਾ ਪੜ੍ਹਨ ਲੱਗੇ ਹਾਂ। ਕਵੀ ਜੀ ਕਹਿੰਦੇ ਵੀ ਗੜੀਏ ਤੂੰ ਹੀ ਦੱਸ ਵੀ ਉਹ ਖੂਨੀ ਸਾਕਾ ਕਿੱਦਾਂ ਵਰਤਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਿਹੜੀ ਜਾਗੀਰ ਸੀ, ਜਾਗੀਰ ਦਾ ਮਤਲਬ ਜਿਹੜੀ ਜ਼ਮੀਨ ਜਾਇਦਾਦ ਸਾਰਾ ਖਜ਼ਾਨਾ ਸੀ, ਉਹਨਾਂ ਦੇ ਬੱਚੇ ਉਹ ਕਿੱਦਾਂ ਸ਼ਹੀਦ ਹੋਏ। ਕਿੰਜ ਲੜੇ ਸਨ ਉਸ ਦੇ ਦੋ ਵੱਡੇ ਕਾਕੇ, ਕਿੰਜ ਗੁਰੂ ਦੇ ਡੱਡਿਆਂ ਵਿੱਚ ਪਏ ਪਟਾਕੇ, ਕਿੰਜ ਦੋਹਾਂ ਨੇ ਛਾਂਗਿਆ ਸਭ ਆਕਾ ਬਾਕਾ, ਸੀਸ ਤਲੀ ਰੱਖ ਖੇਡਿਆ ਕਿੰਜ ਤਲੀ ਤਲਾਕਾ। ਕਿੱਦਾਂ ਸਾਹਿਬਜ਼ਾਦਿਆਂ ਨੇ ਖੇਡੀ ਹੋਲੀ, ਕਿੱਦਾਂ ਸ਼ੇਰਾਂ ਗਿੱਦੜਾਂ ਵਿੱਚ ਪਾਈ ਬੋਲੀ। ਇੱਕ ਤੇ ਆ ਬਾਹਰਲੀ ਹੋਲੀ ਜਿਹੜੀ ਲੋਕੀ ਰੰਗ ਨਾਲ ਖੇਡਦੇ ਆ। ਗੜੀਏ ਤੂੰ ਇਹ ਦੱਸ ਵੀ ਉਹਨਾਂ ਸਾਹਿਬਜ਼ਾਦਿਆਂ ਨੇ ਖੂਨ ਦੀ ਹੋਲੀ ਕਿੱਦਾਂ ਖੇਡੀ। ਕਿੱਦਾਂ ਜਾ ਕੇ ਜੂਝਿਆ ਉਹ ਕੱਲਾ ਕੱਲਾ, ਕਿਵੇਂ ਬਘੇਲ ਹਿੱਕਿਆ ਭੇਡਾਂ ਦਾ ਗੱਲਾ। ਕਿੱਦਾਂ ਕੱਲਾ ਕੱਲਾ ਸਿੰਘ ਜਾ ਕੇ ਜੂਝਿਆ, ਕਿੱਦਾਂ ਉਹਨਾਂ ਸ਼ੇਰਾਂ ਨੇ ਭੇਡਾਂ ਦੇ ਝੁੰਡਾਂ ਨੂੰ ਹੱਕ ਦਿੱਤਾ। ਕਿੱਦਾਂ ਉਹਨਾਂ ਵੈਰੀਆਂ ਦੇ ਲਾਹੇ ਪੜਸ਼ੇ, ਕਿੱਦਾਂ ਹੋਣੀ ਪੀ ਗਈ ਰਤ ਭਰ ਭਰ ਕੜਸ਼ੇ। ਕਿੱਦਾਂ ਮੌਤ ਨੇ ਕੜਸ਼ੇ ਭਰ ਭਰ ਕੇ ਉੱਥੇ ਖੂਨ ਪੀਤਾ। ਕਿੱਦਾਂ ਪੜਿਆ ਚਾਲੀਆਂ ਕਿਰਪਾਨ ਚਲੀਸਾ, ਕਿੱਦਾਂ ਚੜ੍ਹ ਗਏ ਸੂਲੀਆਂ ਤੇ 40 ਈਸਾ। ਇੱਕ ਤੁਸੀਂ ਸੁਣਿਆ ਹੋਏਗਾ ਹਨੂਮਾਨ ਚਾਲੀਸਾ, ਸਾਡੇ ਹਿੰਦੂ ਭਰਾ ਪੜ੍ਹਦੇ ਆ। ਹੁਣ ਤੇ ਸਾਡੇ ਲੋਕੀ ਵੀ ਜਿਹੜਾ ਕੋਈ ਦੱਸ ਦੇਵੇ ਉਹੀ ਪੜ੍ਹੀ ਜਾਂਦੇ, ਵਿਚਾਰਿਆਂ ਨੂੰ ਪਤਾ ਕੁਛ ਨਹੀਂ ਅਸੀਂ ਕੀ ਕਰਨਾ ਕੀ ਨਹੀਂ ਕਰਨਾ, ਬਸ ਅਸੀਂ ਸੁੱਖਾਂ ਦੀ ਖਾਤਰ ਪਾਠ ਕਰੀ ਜਾਂਦੇ ਹਾਂ।
ਗੁਰਬਾਣੀ ਤੇ ਤੁਹਾਨੂੰ ਸਟਰੋਂਗ ਕਰਨ ਵਾਸਤੇ ਆ, ਗੁਰਬਾਣੀ ਕਿਤੇ ਸੁੱਖਾਂ ਵਾਸਤੇ ਥੋੜ੍ਹੀ ਆ। ਇੱਥੇ ਕਵੀ ਜੀ ਕਹਿੰਦੇ ਆ ਵੀ ਉਹ 40 ਸਿੰਘਾਂ ਨੇ ਕਿਰਪਾਨ ਚਲੀਸਾ ਕਿੱਦਾਂ ਪੜ੍ਹਿਆ, ਕਿਰਪਾਨ ਦਾ ਗੀਤ ਕਿੱਦਾਂ ਗਾਏ, ਕਿੱਦਾਂ 40 ਈਸਾ ਸੂਲੀਆਂ ਤੇ ਚੜ੍ਹ ਗਏ। ਈਸਾਈ ਧਰਮ ਦਾ ਇੱਕ ਈਸਾ ਮਸੀਹ ਸੂਲੀ ਤੇ ਚੜ੍ਹਿਆ। ਮੈਂ ਅੱਜ ਜਿਉਂ 125 ਕਿਲੋਮੀਟਰ ਦਾ ਸਫ਼ਰ ਕਰਕੇ ਆਪਣੇ ਇੱਥੇ ਪਿੰਡ ਆਇਆ ਬੰਗੇ ਤੋਂ। ਰਾਹ ਦੇ ਵਿੱਚ ਕਿਹੜਾ ਸ਼ਹਿਰ ਆ ਜਿੱਥੇ ਬੋਰਡ ਨਹੀਂ ਲੱਗੇ। ਕੱਲ੍ਹ ਨੂੰ ਸਵੇਰੇ ਉਹਨਾਂ ਨੇ ਕ੍ਰਿਸਮਸ ਡੇ ਮਨਾਉਣਾ ਇੰਨੇ ਵੱਡੇ ਪੱਧਰ ਦਾ। ਸਾਡੇ ਮਾਪੇ ਐਡੇ ਮੂਰਖ ਆ, ਸਕੂਲ ਵਾਲਿਆਂ ਦੇ ਕਹਿਣ 'ਤੇ ਨਿਆਣਿਆਂ ਨੂੰ ਸੰਟਾ ਕਲੌਜ ਬਣਾ ਕੇ ਸਕੂਲ ਭੇਜਦੇ ਆ। ਇੱਕ ਬੱਚੇ ਨੇ ਪਿਛਲੇ ਸਮੇਂ 'ਚ ਸਕੂਲ ਵਾਲਿਆਂ ਨੇ ਕਿਹਾ ਵੀ ਸਵੇਰੇ ਨਾ ਸਾਰੇ ਸੰਟਾ ਕਲੌਜ ਬਣ ਕੇ ਆਇਓ। ਉਹ ਗੁਰੂ ਦਾ ਸਿੰਘ ਫਿਰ ਦਸਤਾਰ ਸਜਾ ਕੇ, ਚੋਲਾ ਪਾ ਕੇ, ਉੱਤੋਂ ਦੀ ਕਿਰਪਾਨ ਪਾ ਕੇ ਸਕੂਲ 'ਚ ਗਿਆ। ਉਹਨੂੰ ਕਿਹਾ ਤੈਨੂੰ ਤਾਂ ਕਿਹਾ ਸੀ ਸਵੇਰੇ ਤੋਂ ਸੰਟਾ ਕਲੌਜ ਬਣ ਕੇ ਆਉਣਾ। ਉਹ ਕਹਿੰਦਾ ਸੰਟੇ ਕਲੌਜ ਨਾਲ ਮੇਰਾ ਕੀ ਮਤਲਬ, ਮੈਂ ਤਾਂ ਗੁਰੂ ਦਾ ਸਿੱਖ ਬਣ ਕੇ ਆਇਆ। ਉਹਦੀ ਵੀਡੀਓ ਪਿਛਲੇ ਸਮੇਂ 'ਚ ਕਾਫੀ ਚੱਲੀ ਸੀ। ਉਹਨਾਂ ਦਾ ਇੱਕ ਸ਼ਹੀਦ ਹੋਇਆ ਰਈਏ ਦੇ ਵਿੱਚ। ਅੱਜ ਇੰਨਾ ਵੱਡਾ ਉਹ ਉੱਥੇ ਸਮਾਗਮ ਕਰਦੇ ਪਏ ਆ ਕਿਤੇ ਥਾਂ ਥਾਂ ਦੇ ਉੱਤੇ। ਅਸੀਂ ਇਹ ਸੱਚ ਕਹਿਣਾ ਪੈਣਾ ਵੀ ਸਾਡਾ ਬੇੜਾ ਇੰਨਾ ਗਰਕ ਗਿਆ, ਅਸੀਂ ਸਿਰਫ ਮੱਸਿਆ, ਪੁੰਨਿਆ, ਸੰਗਰਾਂਦ ਅਤੇ ਗੋਇੰਦਵਾਲ ਦੀ ਪੂਰਨਮਾਸ਼ੀ ਬਸ ਇੰਨੇ ਜੋਗੇ ਰਹਿ ਗਏ ਆ। ਮੱਸਿਆ 'ਤੇ ਇਸ਼ਨਾਨ ਕਰੋ, ਪੁੰਨਿਆ 'ਤੇ ਚੱਲ ਜਾਓ, ਬਸ ਜੋੜ ਮੇਲੇ ਕਿਸੇ 'ਤੇ ਚੱਲ ਜਾਓ। ਉੱਥੇ ਕੀ ਨਹਾ ਕੇ ਅਤੇ ਲੰਗਰ ਪਾਣੀ ਛਕ ਕੇ ਅਤੇ ਬਾਜ਼ਾਰਾਂ 'ਚੋਂ ਚੀਜ਼ਾਂ ਵਸਤੂਆਂ ਖਰੀਦ ਕੇ, ਆਖੇ ਜੀ ਸੇਲਾਂ ਲੱਗੀਆਂ ਹੁੰਦੀਆਂ, ਚੀਜ਼ਾਂ ਵਸਤੂਆਂ ਖਰੀਦ ਕੇ ਘਰ ਆ ਜਾਂਦੇ ਆ। ਗੁਰੂ ਦਾ ਇਤਿਹਾਸ ਕਦੋਂ ਪੜ੍ਹਨਾ? ਗੁਰੂ ਦੇ ਇਤਿਹਾਸ ਵਾਲੇ ਪਾਸੇ ਹੋਈਏ। ਜਾਂ ਵੱਡੀ ਗੱਲ ਅਸੀਂ ਮਾਰਕ ਆਏ ਮਾਰ ਲੈਂਦੇ ਹਾਂ, ਗਰਾਈ ਕਰਕੇ ਲੰਗਰ ਲਾ ਲੈਂਦੇ ਹਾਂ। ਜ਼ਿਆਦਾ ਪੈਸੇ ਹੋ ਜਾਣ, ਕੋਈ ਚੰਗੀ ਕਿਸਮ ਦਾ ਕੋਈ ਬ੍ਰੈਡ ਪਕੌੜਿਆਂ ਦਾ ਲੰਗਰ ਲਾ ਲਓ। ਭਲੇ ਉਹ ਸ਼ਹੀਦੀ ਦਿਹਾੜੇ ਬਸ ਖਾਣ ਪੀਣ ਵਾਸਤੇ ਹੀ ਆ, ਗੁਰੂ ਕਾ ਇਤਿਹਾਸ ਵਿਚਾਰਨ ਵਾਸਤੇ ਆ। ਖਾਣ ਪੀਣ ਨੂੰ ਤਾਂ ਅਸੀਂ ਆਪਣੇ ਘਰੇ ਵੀ ਖਾ ਸਕਦੇ ਹਾਂ। ਅਸਲੀਅਤ ਤਾਂ ਇਹ ਹੋਣੀ ਚਾਹੀਦੀ ਆ। ਕਈ ਪਰਿਵਾਰਾਂ ਦੇ ਵਿੱਚ ਲੋਕ ਇਹਨਾਂ ਦਿਨਾਂ 'ਚ ਭੁੰਜੇ ਸੌਂਦੇ ਆ, ਉਹ ਬੈੱਡ 'ਤੇ ਨਹੀਂ ਸੌਂਦੇ, ਚੰਗਾ ਨਹੀਂ ਖਾਂਦੇ। ਉਹ ਕਹਿੰਦੇ ਨਹੀਂ ਇਹਨਾਂ ਦਿਨਾਂ 'ਚ ਤਾਂ ਸਾਹਿਬਜ਼ਾਦਿਆਂ ਨੇ ਅਤੇ ਸਿੰਘਾਂ ਨੇ ਰੁੱਖਾਂ ਦੇ ਪੱਤੇ ਖਾਧੇ ਆ ਅਤੇ ਸਾਨੂੰ ਚੰਗੇ ਸਵਾਦਲੇ ਪਦਾਰਥ ਲੰਘਦੇ ਆ। 40 ਈਸਾ ਅੱਜ ਦੇ ਦਿਨ ਸੂਲੀ ਦੇ ਉੱਤੇ ਚੜ੍ਹੇ ਆ। ਕਿੱਦਾਂ ਪੜ੍ਹਿਆ 40 ਕਿਰਪਾਨ ਚਲੀਸਾ, ਕਿੱਦਾਂ ਚੜ੍ਹ ਗਏ ਸੂਲੀਆਂ ਤੇ 40 ਈਸਾ। ਕਿੰਜ ਗੁਰੂ ਗੋਬਿੰਦ ਨੇ ਸਿੰਘ ਟੋਰੇ 40, ਕਿੰਜ ਚਲਾਈ ਪੁੱਤਰਾਂ ਦੀ ਭਰੀ ਦੁਨਾਲੀ। ਲੈ ਵੇ ਕਵੀਆ ਤੁਲਸੀਆ ਤੈਨੂੰ ਲੇਖ ਲਿਖਾਵਾਂ, ਲਿਖਦਾ ਜਾਈ ਲਿਖਾਰੀਆ ਜੋ ਹਾਲ ਸੁਣਾਵਾਂ। ਭੈਣ ਕੁੜੱਲਾਂ ਜੀਭ ਨੂੰ ਮੈਂ ਕਿੱਦਾਂ ਬੋਲਾਂ, ਗੰਢ ਕਲੇਜੇ ਵੱਜਦੀ ਮੈਂ ਭੇਤ ਜਾਂ ਖੋਲਾਂ। ਉਹ ਗੜੀ ਅੱਗਿਓਂ ਕਹਿ ਰਹੀ ਆ ਵੀ ਮੇਰੇ ਕੋਲੋਂ ਬਿਆਨ ਹੁੰਦਾ ਨਹੀਂ ਉਹ ਜਿਹੜਾ ਸਾਕਾ ਹੋਇਆ। ਚੜ੍ਹਿਆ ਸਾਲ 61ਵਾਂ ਤੇ ਸਦੀ 17, 8ਵੀਂ ਪੋਹ ਦੇ ਦਿਵਸ ਨੂੰ ਇਹ ਹੋਇਆ ਕਾਰਾ। ਅੱਜ ਦੇ ਦਿਨ ਚੜ੍ਹਿਆ ਸਾਲ 61ਵਾਂ ਤੇ ਸਦੀ 17 ਤੇ ਪੋਹ ਦੀ 8ਵੀਂ ਸੀ। ਅੱਜ ਵਾਲਾ ਦਿਨ ਸੀ ਜਦੋਂ ਇਹ ਕਾਰਾ ਵਾਪਰਿਆ। ਮੈਂ ਗੜੀ ਚਮਕੌਰ ਦੀ ਇੰਜ ਅਰਜ਼ ਗੁਜ਼ਾਰਾਂ, ਭੁਰ ਭੁਰ ਜਾਵਣ ਕੱਚੀਆਂ ਮੇਰੀਆਂ ਦੀਵਾਰਾਂ। ਸਭ ਤੋਂ ਉੱਪਰ ਹੈ ਮੇਰੀ ਇੱਕ ਢੱਠੀ ਬੁਰਜੀ, ਜਿਸ ਵਿੱਚ ਲਾ ਕੇ ਮੋਰਚਾ ਸਨ ਬੈਠੇ ਗੁਰਜੀ। ਕੜੀ ਕਹਿੰਦੀ ਵੀ ਮੇਰੇ ਉੱਤੇ ਇੱਕ ਉੱਚੀ ਮਮਟੀ ਸੀ, ਇੱਕ ਉੱਚੀ ਬੁਰਜੀ ਸੀ ਜਿਹਦੇ 'ਚ ਗੁਰੂ ਗੋਬਿੰਦ ਸਿੰਘ ਜੀ ਬੈਠੇ ਸੀ। ਸਰਦੀ ਹੈ ਸੀ ਕਹਿਰ ਦੀ ਹੱਡ ਚੀਰੇ ਠੱਕਾ, ਇੱਟ ਇੱਟ ਮੇਰੀ ਮਾਰਦੀ ਸੀ ਦੰਦੋ ਡੱਕਾ। ਇੱਕ ਪਾਸੇ ਮਾਤਾ ਗੁਜਰੀ ਜੀ ਦੇ ਨਾਲ ਸਾਹਿਬਜ਼ਾਦੇ ਠੰਡੇ ਬੁਰਜ 'ਚ ਬੈਠੇ ਆ, ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਜਿਹੜੀ ਗੜੀ ਆ ਨਾ ਉਹਦੇ ਉੱਤੇ ਮਮਟੀ ਦੇ ਉੱਤੇ ਬੈਠੇ ਆ। ਹੱਡ ਚੀਰਵੀਂ ਠੰਡੀ ਹਵਾ ਵਗਦੀ ਪਈ ਆ। ਉੱਤੇ ਬੁੱਕਲਾਂ ਮਾਰਨ ਵਾਸਤੇ ਕੋਈ ਰਜਾਈਆਂ ਤਲਾਈਆਂ ਥੋੜ੍ਹੀ ਆ, ਕੋਈ ਕੰਬਲ ਥੋੜ੍ਹੇ ਉੱਥੇ ਬੁੱਕਲਾਂ ਮਾਰਨ ਵਾਸਤੇ ਮਹਾਰਾਜ ਜੀ ਦੇ ਕੋਲ। ਉਹ ਤਾਂ ਦਰਿਆ ਪਾਰ ਕਰਕੇ ਆਏ ਆ, ਉੱਥੇ ਤਾਂ ਜਾਨਾਂ ਬਚਾਉਣ ਦੀ ਪਈ ਹੋਈ ਆ। ਅਤੇ ਠੰਡ ਤੋਂ ਕਿੰਨੇ ਬਚਣਾ ਸੀ?
ਇੰਨਾ ਜ਼ਿਆਦਾ ਹੱਡ ਚੀਰਵਾਂ ਉੱਥੇ ਜਿਹੜੀ ਠੰਡ ਵਗਦੀ ਆ। ਮੈਂ ਖੁਦ ਮਹਾਰਾਜ ਦੀ ਕਿਰਪਾ ਨਾਲ ਸਾਰਿਆਂ ਥਾਵਾਂ 'ਤੇ ਸੇਵਾਵਾਂ ਕਰਨ ਦਾ ਮੌਕਾ ਮਿਲਿਆ। ਚਮਕੌਰ ਸਾਹਿਬ ਗੁਰਦੁਆਰਾ, ਕਤਲਗੜ੍ਹ ਸਾਹਿਬ ਕੁਝ ਮਹੀਨੇ ਮੈਂ ਕਥਾ 'ਤੇ ਸੇਵਾ ਕਰਦਾ ਰਿਹਾ। ਮੈਂ ਉਸ ਗੜੀ ਦੇ ਉੱਤੇ ਅੱਜ ਵੀ ਚੜ੍ਹ ਕੇ ਵੇਖਿਆ ਵਾ। ਉੱਥੋਂ ਸਾਰਾ ਇਲਾਕਾ ਦੂਰ ਦੂਰ ਤੱਕ ਦਿਖਾਈ ਦਿੰਦਾ। ਲਾਗੋਂ ਦੀ ਇੱਕ ਨਦੀ ਵਗਦੀ ਆ, ਇੱਕ ਨਹਿਰ ਵਗਦੀ ਆ, ਉਹਦੇ ਨਾਲ ਹਵਾ ਟਕਰਾ ਕੇ ਆਉਂਦੀ, ਹੋਰ ਜ਼ਿਆਦਾ ਠੰਡੀ ਹੋ ਜਾਂਦੀ ਆ। ਇੰਨਾ ਜ਼ਿਆਦਾ ਉੱਥੇ ਠੰਡ ਆ। ਉੱਤੇ ਸੂਰਜ ਕੰਬਦਾ, ਉਹਨੂੰ ਛਿੜਿਆ ਪਾਲਾ, ਹੇਠਾਂ ਰਣ ਗਰਮਾਰਿਆ, ਇੰਜ ਕਲਗੀਆਂ ਵਾਲਾ। ਉੱਪਰ ਸੂਰਜ ਵੀ ਕੰਬਦਾ ਪਿਆ, ਉਹਨੂੰ ਵੀ ਪਾਲਾ ਛਿੜਿਆ ਪਿਆ ਵਾ। ਉੱਠੋ ਮੇਰੇ ਸੂਰਜੋ, ਛਾ ਗਿਆ ਹਨੇਰਾ, ਕਿਰਨ ਮੁਕਿਰਨੀ ਕਿਰ ਗਿਆ, ਕਿਰਨਾਂ ਦਾ ਡੇਰਾ। ਸੂਰਜ ਦੇ ਉੱਤੇ ਵੀ ਹਨੇਰਾ ਛਾ ਗਿਆ ਵਾ, ਰਾਤ ਪੈ ਗਈ ਸੀ। ਦਾਣਾ ਦਾਣਾ ਭੁਰ ਗਈ ਰਿਸ਼ਮਾਂ ਦੀ ਛੱਲੀ, ਫਿਰ ਵੀ ਵੰਡੂ ਚਾਨਣਾ ਮੇਰੀ ਜਿੰਦ ਇਕੱਲੀ। ਇੱਕ ਦਿਨ ਮੈਂ ਸੀ ਆਖਿਆ, ਦਿਨ ਐਸੇ ਆਉਣੇ, ਚਿੜੀਆਂ ਕੋਲੋਂ ਜਿਸ ਘੜੀ ਮੈਂ ਬਾਜ ਤੁੜਾਉਣੇ। ਅੱਜ ਉਹ ਵੇਲਾ ਬਖਸ਼ਿਆ ਸੱਚੀਆਂ ਸਰਕਾਰਾਂ, ਲਓ ਨੀ ਚਿੜੀਓ ਆ ਗਈਆਂ ਬਾਜਾਂ ਦੀਆਂ ਡਾਰਾਂ। ਗੜੀ ਨੂੰ ਜਿਨ੍ਹਾਂ ਨੇ ਘੇਰਾ ਪਾਇਆ ਹੋਇਆ ਵਾ, ਮਹਾਰਾਜ ਆਪਣੇ ਸਿੰਘਾਂ ਨੂੰ ਕਹਿੰਦੇ ਆ, ਤਿਆਰ ਹੋ ਜਾਓ ਹੁਣ ਚਿੜੀਓ, ਤੁਸੀਂ ਬਾਜਾਂ ਦੇ ਉੱਤੇ ਹਮਲਾ ਕਰਨਾ। ਇੱਕ ਦਿਨ ਮੈਂ ਸੀ ਆਖਿਆ, ਉਹ ਵਕਤ ਹੈ ਆਉਣਾ, ਨਾਲ 1.25 ਲੱਖ ਵੈਰੀਆਂ ਮੈਂ ਇੱਕ ਲੜਾਉਣਾ। ਅੱਜ ਉਹ ਮੌਕਾ ਆ ਗਿਆ ਮੇਰੇ ਬਰ ਖੁਰਦਾਰੋ, ਮੇਰਾ ਕਰਜ਼ਾ ਆਪਣੇ ਸਿਰ ਨਾਲ ਉਤਾਰੋ। ਮੈਂ ਕਰਜ਼ਾਈ ਰੱਬ ਦਾ, ਇੱਕ ਕਿਸ਼ਤ ਹੈ ਤਾਰੀ, ਅੱਜ ਹੈ ਦੂਜੀ ਕਿਸ਼ਤ ਦੀ ਫਿਰ ਆਈ ਵਾਰੀ। ਮੈਂ ਰੱਬ ਦਾ ਦੇਣਦਾਰ ਹਾਂ, ਇੱਕ ਕਿਸ਼ਤ ਮੈਂ ਦੇ ਚੁੱਕਾ ਸਰਸਾ ਨਦੀ ਦੇ ਕੰਢੇ 'ਤੇ। ਮੈਨੂੰ ਨਹੀਂ ਪਤਾ ਮੇਰਾ ਛੋਟੇ ਬੱਚੇ ਕਿੱਥੇ ਚਲੇ ਗਏ ਆ, 2 ਸਾਹਿਬਜ਼ਾਦੇ। ਇੱਕ ਕਿਸ਼ਤ ਉੱਥੇ ਦੇ ਦਿੱਤੀ ਆ, ਹੁਣ ਇੱਕ ਕਿਸ਼ਤ ਮੈਂ ਇੱਥੇ ਦੇ ਦੇਣੀ ਆ। ਗੁੱਲੀ ਡੰਡਾ ਖੇਡਣੇ ਦੀ ਉਮਰ ਤੁਹਾਡੀ, ਰੰਗ ਜਵਾਨੀ ਮਾਨਣੇ ਦੀ ਉਮਰ ਸਾਡੀ। ਐ ਪਰ ਸਾਨੂੰ ਗੁੜਤੀਆਂ ਵਿੱਚ ਮਿਲੀ ਸ਼ਹੀਦੀ, ਆਓ ਪੁੱਤਰੋ ਪੁੱਗੀਏ ਬਣ ਬਣ ਕੇ ਮੀਦੀ। ਪਰ ਸ਼ਹੀਦੀਆਂ ਦੀ ਸਾਨੂੰ ਗੁੜਤੀ ਮਿਲੀ ਆ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦ ਹੋਇਆ, ਤੱਤੀ ਤਵੀ 'ਤੇ ਬੈਠ ਕੇ ਦੇਗ 'ਚੋਂ ਬਾਲਿਆ ਗਿਆ, ਸੀਸ 'ਚ ਗਰਮ ਰੇਤ ਪਾਈ ਆ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸੁਪੁੱਤਰ ਆ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਨੇ 4 ਜੰਗਾਂ ਲੜੀਆਂ ਵਾ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਰਿਆਂ ਤੋਂ ਛੋਟੇ ਸੁਪੁੱਤਰ ਆ ਗੁਰੂ ਤੇਗ ਬਹਾਦਰ ਸਾਹਿਬ, ਜਿਨ੍ਹਾਂ ਨੂੰ ਦਿੱਲੀ ਦੇ ਚਾਂਦਨੀ ਚੌਂਕ 'ਚ ਮਹਾਰਾਜ ਜੀ ਦੀ ਉੱਥੇ ਸ਼ਹੀਦੀ ਕੀਤੀ ਗਈ ਆ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਇਕਲੌਤੇ ਪੁੱਤਰ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਗੁਰੂ ਗੋਬਿੰਦ ਸਿੰਘ ਦੇ ਅੱਗੇ ਇਹ 4 ਸੁਪੁੱਤਰ ਹਨ। ਸਾਰੇ ਖਾਨਦਾਨ ਵਿੱਚ ਸ਼ਹੀਦੀਆਂ 'ਤੇ ਹੋਈਆਂ ਨੇ, ਕੁਰਬਾਨੀਆਂ 'ਤੇ ਹੋਈਆਂ ਹਨ। ਇਸ ਵਾਸਤੇ ਇਹ ਸ਼ਹੀਦੀਆਂ ਗੁੜਤੀ ਵਿੱਚ ਮਿਲੀਆਂ ਨੇ। ਐਸੀ ਲਾਉਣੀ ਛੂਟ ਹੈ ਅੱਜ ਦੂਰ ਦੁਰਾਡੀ, ਬਿਟ ਬਿਟ ਪਿੱਛੇ ਵੇਖਦੇ ਰਹਿ ਜਾਵਣ ਫਾਡੀ। ਦੇਵੋ ਏਦਾਂ ਨੇਜਿਓ ਦੁਸ਼ਮਣ ਨੂੰ ਦਾਬਾਂ, ਜਿੱਦਾਂ ਮੁੰਡੇ ਗੁੱਲੀਆਂ ਨੂੰ ਦੇਂਦੇ ਰਾਬਾਂ। ਖੇਡੋ ਅੱਜ ਖਿਡਾਰੀਓ ਇੰਜ ਕੌਡ ਕਬੱਡੀ, ਦੁਸ਼ਮਣ ਦੀ ਨਾ ਰਹਿ ਜਾਏ ਕੋਈ ਸਾਬਤ ਹੱਡੀ। ਜੋਧਿਓ ਬੱਚਿਓ, ਤੁਹਾਡੀ ਉਮਰ ਆ ਖੇਡਾਂ ਖੇਡਣ ਦੀ, ਪਰ ਤੁਸੀਂ ਅਸਲ ਖੇਡ ਅੱਜ ਖੇਡੋ ਮੌਤ ਨਾਲ। ਹੁਣ ਜਿਹੜੀ ਗੱਲ ਮਾਤਾ ਜੀਤਾ ਜੀ ਨੂੰ ਕਹੀ ਸੀ ਨਾ ਵੀ ਤੁਹਾਡੇ ਬੱਚੇ ਬਰਾਤੇ ਚੜ੍ਹਨਗੇ ਚਮਕੌਰ ਦੀ ਗੜੀ 'ਚ, ਅੱਜ ਪੁੱਤਰੋ ਤੁਹਾਡਾ ਸਮਾਂ ਆ ਗਿਆ ਜੰਜੇ ਚੜ੍ਹਨ ਦਾ। ਹੁਣ ਤੁਸੀਂ ਮੌਤ ਵਰਨੀ ਆ। ਵਰ ਲਓ ਮੇਰੇ ਪੁੱਤਰੋ ਹੈ ਮੌਤ ਕੁਆਰੀ, ਵੇਖ ਲਵੋ ਮੂੰਹ ਉਸ ਦਾ ਅੱਜ ਵਾਰੀ ਵਾਰੀ। ਅੱਗੜ ਪਿਛੜ ਪਹੁੰਚ ਕੇ ਅੱਜ ਲੈਣੀਆਂ ਲਾਵਾਂ, ਥਿੜਕੇ ਇੱਕ ਵੀ ਪੈਰ ਨਾ ਮੈਂ ਸਦਕੇ ਜਾਵਾਂ।
ਸਾਡਾ ਤੇ ਇਸ ਮੌਤ ਦਾ ਸੰਬੰਧ ਪੁਰਾਣਾ, ਸਾਡੇ ਘਰ ਦੇ ਵਿੱਚ ਹੀ ਇਹਦਾ ਰਿਹਾ ਟਿਕਾਣਾ। ਮਹਾਰਾਜ ਨੇ ਕਿਹਾ ਮੌਤ ਨੇ ਤੇ ਸਾਡੇ ਘਰ ਟਿਕਾਣਾ ਹੀ ਲਾਈ ਰੱਖਿਆ। ਅਸੀਂ ਬੜੀਆਂ ਸ਼ਹੀਦਾਂ ਦਿੱਤੀਆਂ ਨੇ, ਬੜੇ ਸਾਡੇ ਸ਼ਹੀਦ ਹੋਏ ਨੇ। ਇਸ ਦੇ ਪੁਰਖਾਂ ਨਾਲ ਹੈ ਸਾਡੀ ਰਿਸ਼ਤੇਦਾਰੀ, ਆਪਸ ਦੇ ਵਿੱਚ ਭਾਜੀਆਂ ਤੇ ਕੁੜਮਾਚਾਰੀ। ਸਾਡਾ ਤੇ ਇਸ ਮੌਤ ਦਾ ਹੈ ਖੂਨ ਵੀ ਇੱਕੋ, ਕਲਮ ਦਵਾਤਾਂ ਇੱਕ ਨੇ ਮਜ਼ਮੂਨ ਵੀ ਇੱਕੋ। ਧੁਰ ਤੋਂ ਰੱਖੀਆਂ ਸਾਂਝੀਆਂ ਇਹਦੇ ਨਾਲ ਗਰਾਈਆਂ, ਜਦ ਵੀ ਲਾਈਆਂ ਯਾਰੀਆਂ ਅਸਾਂ ਤੋੜ ਨਿਭਾਈਆਂ। ਧੁਰ ਤੋਂ ਸਾਂਝਾ ਕਰ ਲਿਆ ਅਸਾਂ ਡੁੱਬਣਾ ਤਰਨਾ, ਧੁਰ ਤੋਂ ਸਾਂਝਾ ਕਰ ਲਿਆ ਅਸਾਂ ਜੀਣਾ ਮਰਨਾ। ਮੁੱਕਦੀ ਗੱਲ ਕੇ ਮੌਤ ਦਾ ਹੈ ਲੁਤਫ ਅਨੋਖਾ, ਹਿੰਗ ਲੱਗੇ ਨਾ ਫਟਕੜੀ ਰੰਗ ਆਵੇ ਚੋਖਾ। ਮਹਾਰਾਜ ਨੇ ਕਿਹਾ ਪੁੱਤਰੋ ਮੌਤ ਦਾ ਜਿਹੜਾ ਅਨੋਖਾ ਹੀ ਇੱਕ ਸਵਾਦ ਆ। ਮੈਨੂੰ ਵੀ ਇਹ ਰੀਝ ਹੈ ਪੁੱਤ 4 ਵਿਆਵਾਂ, ਮੈਂ ਵੀ ਨੋਹਾਂ ਵਾਲੜਾ ਸਹੁਰਾ ਖਵਾਵਾਂ। ਚੱਲੇ ਮੇਰੀ ਪੁੱਤਰੋ ਜਗ ਉੱਤੇ ਪੀੜੀ, ਸੱਚਖੰਡ ਤੀਕ ਲਗਾ ਲਵੋ ਸਾਹਾਂ ਦੀ ਸੀੜੀ। ਹਰ ਇੱਕ ਪਿਤਾ ਦੀ ਇੱਛਾ ਹੁੰਦੀ ਆ ਮੇਰੇ ਪੁੱਤਰ ਦਾ ਵਿਆਹ ਹੋਵੇ, ਅੱਗੇ ਉਹਦੇ ਪੋਤਰੇ ਹੋਣ, ਨੋਹਾਂ ਹੋਣ, ਪੀੜੀ ਗਾਂਹ ਚੱਲੇ। ਪੁੱਤਰ ਸ਼ਹੀਦੀਆਂ ਦਿਓ। ਤੇ ਜਿਹੜੇ ਸਾਡੇ ਸਿੱਖ ਨੇ ਨਾ, ਇਹ ਸਾਡੀ ਸਾਰੀ ਪੀੜ੍ਹੀ ਆ, ਇਹ ਪੀੜ੍ਹੀ ਜੁਗੋ ਜੁਗ ਚੱਲਦੀ ਰਹਿਣੀ ਹੈ। ਇਨ ਪੁੱਤਰਨ ਕੇ ਸੀਸ ਪਰਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਲੱਖ ਹਜ਼ਾਰ। ਜਾਓ ਮੇਰੇ ਲਾੜਿਓ ਲਾੜੀ ਪਰਨਾਓ, ਅੱਜ ਵਿਆਹ ਕੇ ਮੌਤ ਨੂੰ ਮੇਰੀ ਅੰਸ਼ ਵਧਾਓ। ਨਾ ਸ਼ਰਮਾਉਣਾ ਹੋਣੀਆਂ ਜਦ ਮਾਰਨ ਧੱਫੀਆਂ, ਪਾਉਣਾ ਮੇਰੇ ਸਾਹਮਣੇ ਘੁੱਟ ਘੁੱਟ ਕੇ ਜੱਫੀਆਂ। ਹਾਜ਼ਰ ਨਹੀਂ ਤੁਹਾਡੀਆਂ ਇਸ ਵੇਲੇ ਮਾਵਾਂ, ਆਓ ਮੈਂ ਹੀ ਲਾਲਣੋ ਸਭ ਸ਼ਗਨ ਮਨਾਵਾਂ। ਖਾਰੇ ਬੈਠੋ ਪੁੱਤਰੋ ਮੈਂ ਮਾਈਏ ਪਾਵਾਂ, ਮਲ ਮਲ ਵਟਣੇ ਮੇਜ ਦੇ ਲਹੂ ਨਾਲ ਨੁਹਾਵਾਂ। ਪੁੱਤਰੋ ਮਾਵਾਂ ਵੀ ਤੁਹਾਡੀਆਂ ਇੱਥੇ ਨਹੀਂ ਹਨ, ਇਸ ਵਾਸਤੇ ਸਾਰੇ ਸ਼ਗਨ ਵਿਹਾਰ ਮੈਨੂੰ ਹੀ ਕਰਨੇ ਪੈਣਗੇ, ਮਾਈਏ ਵੀ ਮੈਂ ਪਾਵਾਂਗਾ। ਇਹ ਮਾਈਏ ਇੱਕ ਵਿਆਹ ਦੀ ਰਸਮ ਆ, ਮਾਈਏ ਪਾਉਣੇ ਕੁਛ ਇਲਾਕਿਆਂ ਵਿੱਚ ਅੱਜ ਵੀ ਕਰਦੇ ਨੇ। ਤਾਂ ਉਹ ਇਸ ਤਰ੍ਹਾਂ ਹੁੰਦਾ ਵਾ, ਜਦੋਂ ਕਿਸੇ ਬੱਚੀ ਦਾ ਵਿਆਹ ਹੋਵੇ ਤੇ ਆਂਢਣਾ ਗੁਆਂਢਣਾ ਉਹਦੀਆਂ ਚਾਚੀਆਂ ਤਾਈਆਂ ਇਕੱਠੀਆਂ ਹੋ ਜਾਂਦੀਆਂ, ਉਹਦੇ ਸਿਰ ਵਿੱਚ ਤੇਲ ਪਾਉਂਦੀਆਂ ਨੇ ਤੇ ਨਾਲੇ ਉੱਥੇ ਕੁਝ ਸੁਹਾਗ ਦੇ ਗੀਤ ਗਾਉਂਦੀਆਂ, ਨਾਲੇ ਉਹਨੂੰ ਅਸੀਸਾਂ ਦਿੰਦੀਆਂ ਨੇ ਵੀ ਪੁੱਤਰੀ ਤੂੰ ਜਿਹੜੇ ਘਰ ਵਿੱਚ ਜਾ ਰਹੀ ਆ ਉਸ ਘਰ ਵਿੱਚ ਤੂੰ ਸੁਖੀ ਵਸੇ। ਇਹਦਾ ਜ਼ਿਕਰ ਸੋਲਾ ਸਾਹਿਬ ਦੇ ਵਿੱਚ ਵੀ ਆਇਆ ਵਾ। ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ। ਉਹ ਮਰਿਆਦਾ ਉਹਨੂੰ ਕਹਿੰਦੇ ਆ ਮਾਈਏ ਪਾਉਣੇ। ਖਾਰੇ ਬੈਠੋ ਪੁੱਤਰੋ ਮੈਂ ਮਾਈਏ ਪਾਵਾਂ, ਮਲ ਮਲ ਵਟਣੇ ਮੇਜ ਦੇ ਲਹੂ ਨਾਲ ਨੁਹਾਵਾਂ। ਲੋਕੀ ਤਾਂ ਕਈ ਤਰ੍ਹਾਂ ਦੇ ਵੇਸਣ ਤੇਲ ਕਈ ਚੀਜ਼ਾਂ ਪਾ ਕੇ ਵਟਣੇ ਮਲਦੇ ਆ, ਮੈਂ ਪੁੱਤਰੋ ਤੁਹਾਨੂੰ ਲਹੂ ਦੇ ਨਾਲ ਨਹਾਉਂਦਾ ਹਾਂ। ਤਿਲਕ ਲਗਾਵਣ ਵਾਸਤੇ ਰਤ ਕੁੰਗੂ ਪਾਵਾਂ, ਦਾਦੀ ਵੱਲੋਂ ਲੈ ਲਵਾਂ ਸਭ ਦੂਰ ਬਲਾਵਾਂ। ਆਓ ਬੰਨਾ ਲਾੜਿਓ ਮੈਂ ਸਿਰ ਤੇ ਸੇਰੇ, ਵੇਖ ਲਵਾਂ ਮੈਂ ਲਿਸ਼ਕਦੇ ਨੂਰਾਨੀ ਚਿਹਰੇ। ਪੁੱਤਰ ਤੁਹਾਡੇ ਚਿਹਰੇ ਲਿਸ਼ਕਦੇ ਵੇਖਾਂ ਮੈਂ, ਆਓ ਤੁਹਾਨੂੰ ਸਿਹਰੇ ਬੰਨੀਏ ਮੌਤ ਦੇ। ਲਾ ਲਓ ਸਿਰ ਤੇ ਕਲਗੀਆਂ ਹੱਥ ਪਾ ਲਓ ਛਾਪਾਂ, ਅੱਜ ਤੁਹਾਨੂੰ ਆਪਣਾ ਕਲਗੀ ਧਰ ਥਾਪਾਂ। ਮੈਂ ਤੁਹਾਨੂੰ ਪੁੱਤਰ ਆਪਣਾ ਹੀ ਰੂਪ ਕਰਦੇ ਹਾਂ। ਐਵੇਂ ਪਾਈ ਲਾਗੀਆਂ ਹੈ ਕਾਵਾਂ ਰੌਲੀ, ਬੰਨੋ ਗਾਨੇ ਮੌਤ ਦੇ ਮੇਰੇ ਕੋਲ ਨਾ ਮੌਲੀ। ਜਦੋਂ ਲੋਕੀ ਬੱਚਿਆਂ ਦਾ ਵਿਆਹ ਕਰਦੇ ਉਹਨਾਂ ਦੇ ਗੁੱਟਾਂ ਦੇ ਉੱਤੇ ਮੌਲੀਆਂ ਬੰਨ੍ਹਦੇ ਆ, ਪਰ ਪੁੱਤਰ ਮੇਰੇ ਕੋਲ ਮੌਲੀ ਨਹੀਂ ਆ, ਮੌਤ ਦੇ ਗਾਨੇ ਬੰਨ੍ਹ ਲਓ। ਇਹ ਬਾਹਰ ਜਿਹੜੇ ਲਾਗੀ ਲੋਕ ਖਲੋਤੇ ਬੜਾ ਰੌਲਾ ਪਾਉਂਦੇ ਆ।
ਕੋਲ ਨਾ ਮੇਰੇ ਕੌਡੀਆਂ ਨਾ ਕੋਲ ਹੈ ਮਹਿੰਦੀ, ਫਿਰ ਵੀ ਪੂਰੀ ਕਰ ਲਵਾਂ ਜੋ ਹਸਰਤ ਰਹਿੰਦੀ। ਦੁਸ਼ਮਣ ਦਾ ਦਲ ਆ ਗਿਆ ਜਿਉਂ ਆਵੇ ਟਿੱਡੀ, ਉਸ ਦੀ ਅੱਜ ਮੱਖਣੋਂ ਮੱਲ ਲੈਣੀ ਛਿੱਡੀ। ਪੁਰਾਣੇ ਸਮੇਂ 'ਚ ਨਾ ਇਹ ਜਿਹੜਾ ਟਿੱਡੀ ਦਲ ਪੈ ਜਾਂਦਾ ਹੁੰਦਾ ਸੀ ਫਸਲਾਂ ਦੇ ਉੱਤੇ, ਉਹ ਇੱਦਾਂ ਹੁੰਦਾ ਸੀ ਲੱਖਾਂ ਦੀ ਗਿਣਤੀ ਵਿੱਚ ਟਿੱਡੀਆਂ ਆਦਿ ਕੁੱਟਦੀਆਂ ਫਿਰਦੀਆਂ ਸੀ। ਉਹ ਜਿਸ ਵੀ ਖੇਤ 'ਤੇ ਬਹਿ ਜਾਂਦੀਆਂ ਸੀ ਸਾਰੀ ਫਸਲ ਖਾ ਜਾਂਦੀਆਂ ਸੀ, ਖਰਾਬ ਕਰ ਜਾਂਦੀਆਂ। ਉਹਨੂੰ ਕਹਿੰਦੇ ਸੀ ਟਿੱਡੀ ਦਲ। ਨਾ ਕਿਧਰੇ ਸ਼ਹਿਨਾਈਆਂ ਨਾ ਵੱਜੇ ਤੂਤੀ, ਚੁੱਪ ਚਪੀਤੇ ਪੁੱਤਰੋ ਅੱਜ ਦਿਓ ਅਹੂਤੀ। ਘੋੜੀ ਆ ਗਈ ਮੌਤ ਦੀ ਲौ ਪੈ ਗਈ ਕਾਠੀ, ਪੜ੍ਹਦੇ ਸ਼ਬਦ ਚਲਾਣਿਆਂ ਦੇ ਮੇਰੇ ਪਾਠੀ। ਅੱਜ ਜੇ ਹੁੰਦੀ ਇੱਕ ਵੀ ਕੋਈ ਭੈਣ ਤੁਹਾਡੀ, ਗਾਉਂਦੀ ਨੱਚ ਨੱਚ ਘੋੜੀਆਂ ਕਰ ਕਰਕੇ ਲਾਡੀ। ਇੱਥੇ ਤੇ ਪੁੱਤਰ ਤੁਹਾਡੀ ਕੋਈ ਭੈਣ ਵੀ ਨਹੀਂ ਆ, ਇੱਥੇ ਤੇ ਸਾਰੇ ਆਪਾਂ ਬੰਦੇ ਹੀ ਰਹਿ ਗਏ ਆ। ਜਿਹੜੀਆਂ ਮਾਤਾਵਾਂ ਉਹ ਸਭ ਭੈਣ ਭਰਾ ਸਾਰੇ ਉੱਥੇ ਵਿਛੜ ਗਏ ਆ। ਜਿਹੜੀਆਂ ਗੁਰੂ ਦੇ ਸਿੰਘਾਂ ਦੇ ਪਰਿਵਾਰ ਉਹਨਾਂ ਦੇ ਬੱਚੇ ਉਹ ਤੁਹਾਡੀਆਂ ਭੈਣਾਂ ਸੀ, ਪਰ ਇੱਥੇ ਤੁਹਾਨੂੰ ਕੋਈ ਵੀ ਨਹੀਂ ਆ। ਆਓ ਭੈਣਾਂ ਵਾਲੜੇ ਮੈਂ ਸ਼ਗਨ ਮਨਾਵਾਂ, ਗੁੰਦ ਗੁੰਦ ਵਾਗਾਂ ਖੂਨ ਦੇ ਮੈਂ ਸੋਲੇ ਗਾਵਾਂ। ਲੱਡੂ ਮਮਤਾ ਵਾਲੜਾ ਮੂੰਹ ਪਾਵਾਂ ਭੁਰਮਾ, ਪਾਵਾਂ ਅੱਖੀਂ ਪੀਸ ਕੇ ਦੁਸ਼ਮਣ ਦਾ ਸੁਰਮਾ। ਠਹਿਰੋ ਚੁੰਮਾ ਹੱਥ ਉਹ ਜਿਨ ਕੀਤੀ ਸੇਵਾ, ਜਾਂਦੀ ਏਸ ਬਹਾਰ ਦਾ ਜਰਾ ਚੱਖ ਲਾਂ ਮੇਵਾ। ਮਹਾਰਾਜ ਨੇ ਕਿਹਾ ਪੁੱਤਰੋ ਮੇਰੇ ਲਾਗੇ ਆਓ, ਮੈਂ ਤੁਹਾਡਾ ਮੱਥਾ ਚੁੰਮਾਂ ਜਾਂਦੀ ਵਾਰ ਦਾ। ਅੱਜ ਤੁਹਾਡੇ ਹੱਥ ਤੋਂ ਮਰ ਜਾਣਾ ਕੰਸਾਂ, ਮਾਨਸਰਾਂ ਨੂੰ ਉੱਡਣਾ ਮੇਰੇ ਬੱਗੇ ਹੰਸਾਂ। ਅੱਜ ਪੁੱਤਰ ਤੁਹਾਡੇ ਹੱਥੋਂ ਕਈ ਕੰਸ ਮਾਰੇ ਜਾਣਗੇ। ਉਹ ਤੇ ਇੱਕ ਸ਼੍ਰੀ ਕ੍ਰਿਸ਼ਨ ਜੀ ਹੋਏ ਨੇ ਜਿਨ੍ਹਾਂ ਨੇ ਆਪਣੇ ਦੁਸ਼ਟ ਮਾਮੇ ਕੰਸ ਨੂੰ ਮਾਰਿਆ ਸੀ। ਇਹ ਪੁੱਤਰ ਆਲੇ ਦੁਆਲੇ ਕੰਸ ਹੀ ਕੰਸ ਨੇ, ਅੱਜ ਕਈ ਤੁਹਾਡੇ ਹੱਥੋਂ ਮਰਨਗੇ। ਉੱਠੋ ਮੇਰੇ ਲਾੜਿਓ ਹੁਣ ਫਤਿਹ ਬੁਲਾਓ, ਮੇਰੀ ਇਹੋ ਅਸੀਸ ਹੈ ਨਾ ਵਾਪਸ ਆਓ। ਮਹਾਰਾਜ ਨੇ ਇਹ ਅਸੀਸ ਦਿੱਤੀ ਆ। ਅਸੀਂ ਅਸੀਸ ਦਿੰਨੇ ਵੀ ਪੁੱਤਰ ਸੁਖੀ ਸਾਂਦੀ ਵਾਪਸ ਆਪਣੇ ਘਰ ਮੋੜ। ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਪੁੱਤਰ ਨਹੀਂ, ਜੰਗ ਦੇ ਮੈਦਾਨ ਵਿੱਚ ਜੰਗ ਕਰਦੇ ਹੋਏ ਸ਼ਹੀਦ ਹੋ ਜਾਓ, ਵਾਪਸ ਨਾ ਆਇਓ। ਖਾ ਕੇ ਸੀਨੇ ਆਪਣੇ ਵਿੱਚ 100 ਗੋਲੀ, ਸਿੱਧੇ ਸੱਚਖੰਡ ਪਹੁੰਚਣਾ ਉਠਵਾ ਕੇ ਡੋਲੀ। ਪਹਿਲਾਂ ਮੱਥਾ ਟੇਕਣਾ ਗੁਰੂ ਨਾਨਕ ਅੱਗੇ, ਜਿਸ ਦੇ ਸਿੱਖੀ ਬਾਗ ਨੂੰ ਫਲ ਐਸੇ ਲੱਗੇ। ਸਤਿਗੁਰ ਨਾਨਕ ਦੇਵ ਨੇ ਹੈ ਕਰਮ ਕਮਾਇਆ, ਮੇਰੇ ਸਿਰ ਤੇ ਉਸ ਦਾ ਹੈ ਹਰਦਮ ਸਾਇਆ। ਮਹਾਰਾਜ ਨੂੰ ਬਚਨ ਕਰਦੇ ਤੁਸੀਂ ਸੱਚਖੰਡ ਜਾਣਾ, ਜਾ ਕੇ ਗੁਰੂ ਨਾਨਕ ਸਾਹਿਬ ਨੂੰ ਨਮਸਕਾਰ ਕਰਿਓ। ਐਸੀ ਚਾੜੀ ਉਸ ਨੇ ਮੈਨੂੰ ਨਾਮ ਖੁਮਾਰੀ, ਸੀਸ ਉਤਾਰਨ ਨਾਲ ਵੀ ਨਾ ਜਾਊ ਉਤਾਰੀ। ਗੁਰੂ ਨਾਨਕ ਸਾਹਿਬ ਨੇ ਐਸੀ ਨਾਮ ਖੁਮਾਰੀ ਬਖਸ਼ਿਸ਼ ਕੀਤੀ ਆ, ਸਿਰ ਵੱਢਿਆ ਜਾਵੇ ਪਰ ਇਹ ਨਾਮ ਦੀ ਖੁਮਾਰੀ ਨਹੀਂ ਲੱਥਣੀ। ਦੂਜਾ ਮੱਥਾ ਟੇਕਣਾ, ਜਦੋਂ ਬਿਲਕੁਲ ਬਰਾਤ ਤਿਆਰ ਹੋ ਜਾਵੇ ਤੇ ਉਸ ਤੋਂ ਬਾਅਦ ਫਿਰ ਆਪਾਂ ਗੁਰਦੁਆਰੇ ਮੱਥਾ ਟੇਕਣ ਆ ਜਾਂਦੇ ਹਾਂ। ਫਿਰ ਇੱਥੇ 10 ਗੁਰੂਆਂ ਦਾ ਨਾਮ ਲਿਆ ਜਾਂਦਾ, ਅਰਦਾਸ ਹੁੰਦੀ ਆ। ਹੁਣ ਉਹ ਮਹਾਰਾਜ ਅਰਦਾਸ ਕਰ ਰਹੇ ਆ। ਦੂਜਾ ਮੱਥਾ ਟੇਕਣਾ ਗੁਰੂ ਅੰਗਦ ਤਾਈ, ਅਮਰਦਾਸ ਗੁਰ ਪੂਜ ਕੇ ਰਾਮਦਾਸ ਧਿਆਈ। ਸ਼੍ਰੀ ਗੁਰੂ ਅਰਜਨ ਦੇਵ ਨੇ ਪੜਦਾਦਾ ਮੇਰੇ, ਪੰਜਵਾਂ ਮੱਥਾ ਟੇਕਣਾ ਤੁਸੀਂ ਉਸ ਦੇ ਡੇਰੇ। ਬਹਿ ਕੇ ਤਵੀਆਂ ਤੱਤੀਆਂ ਜਿਸ ਰੇਤ ਪਵਾਈ, ਜਿਸ ਨੇ ਲਟਕ ਸ਼ਹੀਦੀਆਂ ਦੀ ਸਾਨੂੰ ਲਾਈ। ਸਤਿਗੁਰ ਹਰਗੋਬਿੰਦ ਨੂੰ ਫਿਰ ਸੀਸ ਝੁਕਾਉਣਾ, ਮੀਰੀ ਪੀਰੀ ਵਾਲੜੇ ਦਾ ਦਰਸ਼ਨ ਪਾਉਣਾ। ਨਾਨਕ ਦੇ ਘਰ ਉਸ ਨੇ
ਨਵਰੀਤ ਚਲਾਈ, ਪਹਿਲੀ ਵਾਰੀ ਉਸਨੇ ਤਲਵਾਰ ਉਠਾਈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਾਦਾ ਜੀ ਹਨ। ਦਾਦੇ ਤੋਂ ਮੈਂ ਸਿੱਖਿਆ ਤਲਵਾਰ ਉਠਾਉਣਾ, ਫੇਰ ਪਿਤਾ ਤੋਂ ਸਿੱਖਿਆ ਮੈਂ ਸੀਸ ਕਟਾਉਣਾ। ਫੇਰ ਗੁਰੂ ਹਰ ਰਾਏ ਤੇ ਹਰ ਕ੍ਰਿਸ਼ਨ ਧਿਆ ਕੇ, ਕਰਨਾ ਦੋਵੇਂ ਬੰਦਨਾ ਤਦ ਸੀਸ ਝੁਕਾ ਕੇ। ਫੇਰ ਮਹਾਰਾਜ ਸਮਝਾ ਰਿਹਾ, ਪੁੱਤਰੋ ਕਿਸੇ ਬੇਗਾਨੀ ਥਾਂ ਨਹੀਂ ਜਾਣਾ, ਉੱਥੇ ਸੱਚਖੰਡ 'ਚ ਤੁਹਾਡੇ ਆਪਣੇ ਵੱਡੇ ਵਡੇਰੇ ਬੈਠੇ ਆ। ਫੇਰ ਦਬਾ ਦਬ ਦੌੜਦੇ ਬਾਬੇ ਵੱਲ ਜਾਣਾ, ਤੋੜ ਪਹੁੰਚਾਇਆ ਰੱਬ ਨੇ ਜਿਹਦਾ ਅੱਜ ਘਰਾਣਾ। ਤੇਗ ਬਹਾਦਰ ਸਾਹਿਬ ਨੇ ਉੱਥੇ ਅੱਡੀਆਂ ਬਾਵਾਂ, ਜਿਹਦੀਆਂ ਗਿਣੀਆਂ ਜਾਣਨਾ ਮੈਥੋਂ ਸਿਫਤ ਸਲਾਵਾਂ। ਕਹਿਣਾ ਦੋਵੇਂ ਉਸ ਨੂੰ ਉਹਦੀ ਬਹਿ ਗੋਦੀ, ਤੋਲ ਰਿਹਾ ਤਲਵਾਰ ਤੇ ਫਿਰ ਸੀਸ ਹੈ ਮੋਦੀ। ਉਹ ਪਰਮਾਤਮਾ ਜਿਹੜਾ ਤਲਵਾਰ ਦੇ ਉੱਤੇ ਅੱਜ ਫਿਰ ਜਿਹੜੇ ਇਹ ਖਜ਼ਾਨਿਆਂ ਦੇ ਮਾਲਕ ਬਣੇ ਫਿਰਦੇ ਹਨ, ਅੱਜ ਫਿਰ ਤਲਵਾਰਾਂ ਦੇ ਉੱਤੇ ਇਹ ਸੀਸ ਤੋਲ ਰਹੇ ਹਨ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਸੀਸ ਉਹਨਾਂ ਨੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਧੜ ਨਾਲੋਂ ਅਲੱਗ ਕਰ ਦਿੱਤਾ ਸੀ। ਨਾਨਕ ਦੇ ਬਾਜ਼ਾਰ ਦਾ ਭਾ ਬੋਲੀ ਜਾਵੇ, ਤੇਰਾ ਤੇਰਾ ਆਖ ਕੇ ਸਿਰ ਤੋਲੀ ਜਾਵੇ। ਕਹਿਣਾ ਹਿੰਦ ਦੀ ਚਾਦਰੇ ਮੇਰਾ ਢੱਕੀ ਪਰਦਾ, ਐਸ ਵੇਲੇ ਦੋ ਪੁੱਤਰਾਂ ਦਾ ਜੋੜਾ ਸਰਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਿੰਦ ਦੀ ਚਾਦਰ ਸੱਚੇ ਪਾਤਸ਼ਾਹ ਜੀ, ਇਸ ਵੇਲੇ ਮੈਂ ਦੋ ਪੁੱਤਰਾਂ ਦਾ ਜੋੜਾ ਤੁਹਾਨੂੰ ਭੇਟ ਕਰ ਰਿਹਾ। ਜਿਸ ਦਿਨ ਮੇਰੀਆਂ ਹੋ ਗਈਆਂ ਕੁਝ ਹੋਰ ਤੋਫੀਕਾਂ, ਤਾਰੂ ਤੀਜੀ ਕਿਸ਼ਤ ਮੈਂ ਬਹਿ ਵਿੱਚ ਸ਼ਰੀਕਾਂ। ਪਰਮਾਤਮਾ ਨੂੰ ਕਹਿ ਦੇਣਾ ਵੀ ਮੇਰੇ ਕੋਲ ਅਜੇ ਦੂਜੀ ਕਿਸ਼ਤ ਵਾਸਤੇ ਹੀ ਮੇਰੇ ਬੱਚੇ ਸਨ, ਮੈਂ ਤਾਰ ਦਿੱਤੀ ਆ, ਮੈਂ ਤੀਜੀ ਕਿਸ਼ਤ ਵੀ ਤਾਰਾਂਗਾ ਜਦੋਂ ਮੇਰਾ ਬਾਗ ਪਰਿਵਾਰ ਵੱਧ ਜਾਏਗਾ। ਇਸ ਤੋਂ ਪਤਾ ਚੱਲਦਾ ਵੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਕਿਤੇ ਸ਼ਹੀਦੀਆਂ ਰੁਕ ਥੋੜ੍ਹਾ ਗਈਆਂ। ਉਸ ਤੋਂ ਬਾਅਦ ਭਾਈ ਮਹਾਂ ਸਿੰਘ ਜੀ ਸ਼ਹੀਦ ਹੁੰਦੇ ਨੇ, ਜਿਹੜੇ ਆਪਣੇ ਲਾਗੇ ਪਿੰਡ ਰਟੌਲ ਦੇ ਹੋਏ ਨੇ। ਉਸ ਤੋਂ ਬਾਅਦ ਵੀ ਸ਼ਹਾਦਤਾਂ ਚੱਲਦੀਆਂ ਗਈਆਂ ਨੇ। ਉਹਨਾਂ ਦੀ ਗਿਣਤੀ ਕਰੀਏ ਲਗਭਗ 9 ਲੱਖ ਦੇ ਕਰੀਬ ਜਿਹੜੇ ਉਹ ਸ਼ਹੀਦ ਹੋਏ ਆ। ਪੰਜਾਬ ਦੇ ਵਿੱਚੋਂ ਕਿੰਨੇ ਨੌਜਵਾਨ ਬੇਗੁਨਾਹ ਮਾਰ ਦਿੱਤੇ ਗਏ ਆ, ਸ਼ਹੀਦ ਕਰ ਦਿੱਤੇ ਗਏ ਆ। ਉਹ ਮਹਾਰਾਜ ਨੇ ਕਿਹਾ ਇਸ ਤਰ੍ਹਾਂ ਜਿਹੜੀਆਂ ਉਹ ਤੀਸਰੀ ਕਿਸ਼ਤ ਤਾਰਾਂਗੇ। ਕਹਿਣਾ ਪੁਰਖ ਅਕਾਲ ਨੂੰ ਫਿਰ ਵਾਰੋ ਵਾਰੀ, ਪਹਿਲੀ ਕਿਸ਼ਤ ਗੋਬਿੰਦ ਸੀ ਤੇਰੀ ਉਦੋਂ ਤਾਰੀ। ਪਹਿਲੀ ਕਿਸ਼ਤ ਕਦੋਂ ਤਾਰੀ ਸੀ? ਸੀਸ ਪਿਤਾ ਦਾ ਵਾਰ ਕੇ ਜਦ ਚੱਪੂ ਲਾਇਆ, ਰੁੜਦੇ ਹਿੰਦੂ ਧਰਮ ਦਾ ਜਦ ਪੂਰ ਬਚਾਇਆ। ਕਹਿਣਾ ਸਿਰਜਣਹਾਰ ਨੂੰ ਮੇਰੇ ਉਹ ਸਰਦੂਲੋ, ਹਾਜ਼ਰ ਸਾਡੇ ਸੀਸ ਨੇ ਦਾਤਾਰ ਕਬੂਲੋ। ਅੱਜ ਅਸੀਂ ਹਾਂ ਆ ਗਏ ਸੱਚੀਏ ਸਰਕਾਰੇ, ਹਾਜ਼ਰ ਦੂਜੀ ਕਿਸ਼ਤ ਹੈ ਸਾਡੇ ਬਖਸ਼ਣ ਹਾਰੇ। ਜੋ ਵੀ ਕਰਜ਼ਾ ਮਾਲਕਾ ਤੇਰਾ ਬਾਕੀ ਰਹਿੰਦਾ, ਮੁੱਕ ਜਾਏਗਾ ਇੱਕ ਦਿਨ ਸਭ ਲੈਂਦਾ ਲੈਂਦਾ। ਪਰਮਾਤਮਾ ਜੀ ਤੁਹਾਡਾ ਸਾਰਾ ਹੀ ਕਰਜ਼ਾ ਮੋੜ ਦਿਆਂਗੇ। ਕਹਿਣਾ ਗੁਰੂ ਗੋਬਿੰਦ ਦੀ ਹੈ ਨੇਕ ਕਮਾਈ, ਇੱਕ ਇੱਕ ਕਰਕੇ ਲਾ ਦੇਊ ਤੇਰੀ ਪਾਈ ਪਾਈ। ਲੈ ਵੇ ਕਵੀਆ ਤੁਲਸੀਆ ਲਿਖ ਹੋਰ ਕਹਾਣੀ, ਅੱਖਾਂ ਵਿੱਚੋਂ ਪੂੰਝ ਲੈ ਇਹ ਵਗਦਾ ਪਾਣੀ। ਨਾ ਹੀ ਹੰਝੂ ਡੇਗਿਆ ਉਹਦੇ ਬਰ ਖੁਰਦਾਰਾਂ, ਨਾ ਹੀ ਹੰਝੂ ਡੇਗਿਆ ਉਹਦੇ ਸਿੱਖ ਸਰਦਾਰਾਂ। ਸਤਿਗੁਰ ਦੀ ਤੋਹੀਨ ਹੈ ਨਾ ਹੰਝੂ ਕੇਰੀ, ਸਤਿਗੁਰ ਹੰਝੂ ਕੇਰਿਆ ਨਾ ਇੱਕ ਵੀ ਵੇਰੀ। ਉਹ ਸ਼ੁਕਰਾਨੇ ਵਿੱਚ ਸੀ ਰਹੇ ਏਦਾਂ ਗਾਉਂਦੇ, ਦਿਨ ਵਡਭਾਗੀ ਇਸ ਤਰ੍ਹਾਂ ਕੋਈ ਰੋਜ਼ ਨਾ ਆਉਂਦੇ। ਧੁਰ ਦਰਗਾਹੋਂ ਹੁਕਮ ਸੀ
ਪੁੱਤ ਲੇਖੇ ਲਾਵਾਂ, ਜਿਸ ਦਾਤੇ ਦੀ ਦਾਤ ਹੈ ਉਹਦੇ ਕੋਲ ਪਹੁੰਚਾਵਾਂ। ਮੈਨੂੰ ਖੁਸ਼ੀਆਂ ਭਾਰੀਆਂ ਅੱਜ ਦਿਓ ਵਧਾਈਆਂ, ਤਰਸ ਤਰਸ ਕੇ ਅੱਜ ਨੇ ਸ਼ੁਭ ਘੜੀਆਂ ਆਈਆਂ। ਲੈ ਵੇ ਕਵੀਆ ਚੜ੍ਹ ਪਈਆਂ ਓ ਵੇਖ ਬਰਾਤਾਂ, ਪੱਲੇ ਬੰਨੀਆਂ ਲਾੜਿਆਂ ਸਤਿਗੁਰ ਦੀਆਂ ਬਾਤਾਂ। ਨਿੱਕਾ ਵੀਰ ਜੁਝਾਰ ਹੈ ਬਣਿਆ ਸਰਬਾਲਾ, ਗਿੱਠ ਗਿੱਠ ਚੜਿਆ ਰੂਪ ਹੈ ਤੇ ਸ਼ਾਨ ਦੁਬਾਲਾ। ਪਹਿਲੋਂ ਟੁਰੇ ਅਜੀਤ ਸਿੰਘ ਲੈ 5 ਬਰਾਤੀ, ਕਹਿੰਦੇ ਮੌਤ ਵਿਆਵਣੀ ਜੋ ਜੀਵਨ ਦਾਤੀ। ਪਿੱਛੇ ਮੇਰੇ ਜੁਝਾਰ ਹੈ ਜਿਹਦੇ ਅੰਗ ਅਲੂਏ, ਅੱਜ ਉਡਾਉਣੇ ਜਿਸ ਨੇ ਵੈਰੀ ਦੇ ਧੂਏ। ਸਾਹਿਬਜ਼ਾਦਾ ਅਜੀਤ ਸਿੰਘ ਜੀ ਪਹਿਲਾਂ ਗਏ ਆ, ਫਿਰ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਜਾ ਰਹੇ ਆ। ਅਜੇ ਉਹਨਾਂ ਦੇ ਅੰਗ ਵੀ ਅਲੂਏ ਹਨ, ਛੋਟੀ ਉਮਰ ਆ। ਉਹਦੀ ਉਮਰ ਹੈ 14 ਸਾਲ ਦੀ ਤੇ ਫੱਬ ਨਿਰਾਲੀ, ਉਹ ਬੂਟਾ ਹੱਥੀਂ ਪਾਲਿਆ ਸਿੱਖ ਪੰਥ ਦੇ ਮਾਲੀ। ਉਹਦੀ ਤੇ ਉਮਰ ਵੀ ਅਜੇ 14 ਸਾਲਾਂ ਦੀ ਆ ਤੇ ਸਿੱਖ ਪੰਥ ਦੇ ਮਾਲੀ ਨੇ ਬੜੇ ਪਿਆਰ ਨਾਲ ਉਹ ਬੂਟਾ ਪਾਲਿਆ ਵਾ, ਸਾਹਿਬਜ਼ਾਦਾ ਜੁਝਾਰ ਸਿੰਘ। ਸਾਹਿਬਜ਼ਾਦਾ ਅਜੀਤ ਸਿੰਘ ਜਦੋਂ ਜਾਂਦੇ ਆ, ਉਹ ਕਹਿ ਕੇ ਜਾਂਦੇ ਨੇ, ਮੇਰਾ ਨਾਮ ਅਜੀਤ ਹੈ ਨਾ ਜਿੱਤਿਆ ਜਾਵਾਂ, ਮਰਦਾ ਮਰਦਾ ਮਰ ਜਾਵਾਂ ਨਾ ਕਾਬੂ ਆਵਾਂ। ਉਮਰ 18 ਸਾਲ ਦੀ ਹੈ ਮੇਰੀ ਹਾਲੀ, ਮੱਖਣਾ ਦੇ ਨਾਲ ਆਪਣੀ ਮੈਂ ਦੇਹੀ ਪਾਲੀ। ਸਾਹਿਬਜ਼ਾਦਾ ਅਜੀਤ ਸਿੰਘ ਦੀ ਉਮਰ ਚੜ੍ਹਦੀ ਜਵਾਨੀ 18 ਸਾਲ ਦੀ ਆ ਤੇ ਬੜੇ ਪਿਆਰ ਨਾਲ ਬੜੇ ਸਤਿਕਾਰ ਨਾਲ ਸਿੱਖਾਂ ਨੇ ਚੰਗੀਆਂ ਖੁਰਾਕਾਂ ਖਵਾ ਕੇ ਸੇਵਾ ਕਰਕੇ ਉਹ ਸਾਹਿਬਜ਼ਾਦਾ ਪਾਲਿਆ ਵਾ। ਕਿਹੜੇ ਕੰਮ ਨੇ ਆਉਣੀਆਂ ਇਹ ਦੁੱਧ ਮਲਾਈਆਂ, ਪਰਬਤ ਨਾਲ ਜੇ ਟੱਕਰਾ ਨਾ ਕੀਤਾ ਰਾਈਆਂ। ਕੀ ਫਾਇਦਾ ਇਹੋ ਜਿਹੀ ਜਵਾਨੀ ਦਾ ਜਿਹੜੀ ਕੋਈ ਚੰਗੇ ਕੰਮ ਨਾ ਕਰ ਸਕਦੀ ਹੋਵੇ, ਜੇ ਪਰਬਤਾਂ ਦੇ ਨਾਲ ਰਾਈ ਨਾ ਟਕਰਾ ਜਾਵੇ। ਜਿਹੜੀ ਰਾਈ ਹੁੰਦੀ ਆ ਨਾ, ਇਹ ਸਰੋਂ ਦੇ ਦਾਣੇ ਜਿੰਨਾ ਨਿੱਕਾ ਜਿਹਾ ਇੱਕ ਦਾਣਾ ਹੁੰਦਾ, ਉਹਨੂੰ ਰਾਈ ਕਹਿ ਦਿੰਦੇ ਨੇ। ਇਹ ਪਰਬਤ ਦੇ ਨਾਲ ਅੱਜ ਰਾਈ ਦਾ ਦਾਣਾ ਟਕਰਾਉਣ ਚੱਲਿਆ। ਲਓ ਮੇਰੇ ਸੱਚੇ ਪਾਤਸ਼ਾਹ ਹੁਣ ਬਖਸ਼ੋ ਛੁੱਟੀਆਂ, ਵੇਲਾ ਹੋਇਆ ਲਗਨ ਦਾ ਦਰਗਾਹੋਂ ਟੁੱਟੀਆਂ। ਮੌਕਾ ਮਿਲਿਆ ਕੀਮਤੀ ਕਿਤੇ ਖੁੰਝ ਨਾ ਜਾਵੇ, ਕਰ ਕਰ ਮੈਨੂੰ ਸੈਣ ਤਾਂ ਪਈ ਮੌਤ ਬੁਲਾਵੇ। ਮੌਤ ਕਹੇ ਤੇਰੇ ਬਾਜ ਨਾ ਮੈਨੂੰ ਨੀਂਦਰ ਆਵੇ, ਜਿੰਨੀ ਛੇਤੀ ਹੋ ਸਕੇ ਲੈ ਜਾ ਮੁਕਲਾਵੇ। ਸੁਣਿਆ ਸਹੁਰੇ ਪਿੰਡ ਦੇ ਹਨ ਲੋਕ ਘੁਮੰਡੀ, ਇਸ ਲਈ ਮੈਂ ਵੱਢਣੀ ਜ਼ੁਲਮਾਂ ਦੀ ਜੰਡੀ। ਮੇਲਾ ਜੁੜਿਆ ਮਰਗ ਦਾ ਫਿਰ ਆਈ ਹੈ ਮਾਗੀ, ਅੱਜ ਬਘਿਆੜਾਂ ਵਿੱਚ ਹੈ ਫਿਰ ਪੌਣੀ ਬਾਗੀ। ਲਓ ਜੀ ਸਭ ਨੂੰ ਆਖਰੀ ਹੁਣ ਫਤਿਹ ਬੁਲਾਈਏ, ਦਿਓ ਅਸੀਸਾਂ ਜੰਗ ਚੋਂ ਨਾ ਜ਼ਿੰਦਾ ਆਈਏ। ਸਾਹਿਬਜ਼ਾਦੇ ਕਹਿਣ ਲੱਗੇ ਵੀ ਆਹ ਅਸੀਸਾਂ ਦਿਓ ਵੀ ਅਸੀਂ ਜੰਗ ਵਿੱਚੋਂ ਜਿਉਂਦੇ ਵਾਪਸ ਨਾ ਆਈਏ, ਉੱਥੇ ਸ਼ਹੀਦ ਹੋ ਜਾਈਏ। ਛਿੜਿਆ ਮਾਰੂ ਰਾਗ ਹੈ ਕੋਈ 7 ਸੁਰਾਂ ਦਾ, ਬਣਿਆ ਸਿਰ ਤੇ ਛਤਰ ਹੈ ਅੱਜ ਹੱਥ ਗੁਰਾਂ ਦਾ। ਨਾ ਕੋਈ ਘੋੜੀ ਹਿਣਕਦੀ ਨਾ ਵਜਿਆ ਵਾਜਾ, ਹੋਇਆ ਖਿਜ਼ਰ ਹੈਰਾਨ ਸੀ ਮੁਗਲਾਂ ਦਾ ਖਾਜਾ। ਲਓ ਜੀ ਵੇਖੋ ਟੁਰ ਪਏ ਦਸ਼ਮੇਸ਼ ਦੇ ਲਾੜੇ, ਚੜ੍ਹਤਾਂ ਵੇਖ ਸ਼ਰੀਕੀਆਂ ਵਿੱਚ ਪੈ ਗਏ ਸਾੜੇ। ਲਓ ਜੀ ਵੇਖੋ ਸਹੁਰਿਆਂ ਦਾ ਪਿੰਡ ਹੈ ਆਇਆ, ਦੋਹਾਂ ਧਿਰਾਂ ਦਾ ਸਤਿਗੁਰੂ ਨੇ ਮੇਲ ਕਰਾਇਆ। ਸਾਹਿਬਜ਼ਾਦੇ ਪਹੁੰਚ ਗਏ ਆ ਲਾੜੀ ਮੌਤ ਵਿਆਹੁਣ ਵਾਸਤੇ। ਉਧਰ ਮਿਲਣੀ ਵਾਸਤੇ ਹਨ ਲੱਖਾਂ ਫੌਜੀ,
ਐਦਰ 20-30 ਸਿੱਖ ਨੇ, 2 ਮਨ ਮੌਜੀ। ਐਦਰ 20-30 ਸਿੱਖ ਨੇ ਤੇ 2 ਮਨ ਮੌਜੀ। ਲਓ ਜੀ ਆਣ ਬਹਾਦਰੀ ਨੇ ਸੇਰਾ ਪੜਿਆ, ਸੁਣ ਕੇ ਜੋਸ਼ ਅਗੰਮੜਾ ਸਿੰਘਾਂ ਨੂੰ ਚੜਿਆ। ਟੁੱਟ ਕੇ ਗਲ ਨੂੰ ਪੈ ਗਿਆ ਜਦ ਆਲ ਦੁਆਲਾ, ਪੈ ਗਈ ਤਦੋਂ ਅਜੀਤ ਦੇ ਗਲ ਵਿੱਚ ਜੈ ਮਾਲਾ। ਕਵੀ ਜੀ ਨੇ ਪੂਰਾ ਵਿਆਹ ਦਾ ਨਕਸ਼ਾ ਸਿਰਜਿਆ ਵੀ ਜੰਗ ਨਹੀਂ ਹੋ ਰਿਹਾ, ਇਹ ਸਾਹਿਬਜ਼ਾਦੇ ਮਾਨੋ ਬਰਾਤੇ ਚੜ੍ਹੇ ਆ। ਲਓ ਜੀ ਅੰਦਰ ਲੈ ਗਏ ਹੁਣ ਆਪਣੇ ਡੇਰੇ, ਅੰਦਰ ਜਾ ਕੇ ਹੋਣੀਆਂ ਨੇ ਪਾ ਲੈ ਘੇਰੇ। ਜਿਵੇਂ ਲਾੜੇ ਨੂੰ ਘੋੜੀ ਤੋਂ ਉਤਾਰ ਕੇ ਤੇ ਆਪਣੇ ਘਰ ਲੈ ਜਾਈਦਾ ਨਾ, ਇਸ ਤਰ੍ਹਾਂ ਦੁਸ਼ਮਣਾਂ ਨੂੰ ਹੁਣ ਸਾਹਿਬਜ਼ਾਦੇ ਨੂੰ ਦੁਸ਼ਮਣਾਂ ਨੇ ਘੇਰ ਲਿਆ ਵਾ, ਉਹ ਆਪਣੇ ਡੇਰੇ 'ਚ ਲੈ ਗਏ ਆ। ਵੱਡ ਵੱਡ ਇੱਕ ਮੈਂ ਪਹਿਲੀ ਵਾਰੀ ਪੜ੍ਹ ਰਿਹਾ ਵਾਂ, ਪਹਿਲਾਂ ਦੂਸਰੇ ਗ੍ਰੰਥਾਂ ਦੀ ਕਥਾ ਕੀਤੀ। ਖਜ਼ਾਨਾ ਇੰਨਾ ਸਾਨੂੰ ਸਤਿਗੁਰੂ ਜੀ ਨੇ ਬਖਸ਼ਿਆ, ਸਾਰੀ ਜ਼ਿੰਦਗੀ ਗੁਰੂ ਕੀ ਕਥਾ ਵਿਚਾਰ ਪੜ੍ਹਦੇ ਸੁਣਦੇ ਰਹੋ ਵੀ ਇਹ ਕਦੇ ਮੁੱਕਦੀ ਨਹੀਂ। ਵੱਡ ਵੱਡ ਕਹਿੰਦੀ ਚੂੰਡੀਆਂ ਜੀਜੇ ਨੂੰ ਸਾਲੀ, ਦੇਵੋ ਅੱਜ ਕਲੀਚੜੀ ਮੈਨੂੰ ਸਾਹਾਂ ਵਾਲੀ। ਜਿਵੇਂ ਫਿਰ ਸਾਲੀਆਂ ਨੂੰ ਉੱਥੇ ਮੁੰਦੀਆਂ ਛੱਲੇ ਦਿੰਦੇ ਆ, ਇੱਥੇ ਮੌਤ ਦੀਆਂ ਭੈਣਾਂ ਸਾਲੀਆਂ ਬਣੀਆਂ ਹੋਈਆਂ, ਉਹ ਅੱਗਿਓਂ ਸਾਹਾਂ ਦੀਆਂ ਸੁਗਾਤਾਂ ਮੰਗਦੀਆਂ ਵੀ ਸਾਨੂੰ ਆਪਣੇ ਸਾਹ ਹੀ ਦੇ ਦਿਓ। ਕਹਿੰਦੀ ਬੜਾ ਪਸੰਦ ਹੈ ਮੈਨੂੰ ਸਰਬਾਲਾ, ਬੜਾ ਲੜਾਕਾ ਲੱਗਦਾ ਜਿਹਦਾ ਰੂਪ ਨਿਰਾਲਾ। ਉਹ ਮੌਤ ਦੀਆਂ ਭੈਣਾਂ ਕਹਿੰਦੀਆਂ ਵੀ ਜਿਹੜਾ ਸਰਬਾਲਾ ਲਿਆਏ ਉਹਨਾਂ ਨਾਲ ਤੁਹਾਡਾ ਛੋਟਾ ਭਰਾ ਜੁਝਾਰ ਸਿੰਘ, ਇਹ ਵੀ ਸਾਨੂੰ ਬਹੁਤ ਪਸੰਦ ਆ। ਮੰਨੋ ਮੇਰੀ ਬੇਨਤੀ ਜੀਜਾ ਜੀ ਮੇਰੇ, ਮੈਂ ਵੀ ਨਾਲ ਜੁਝਾਰ ਦੇ ਅੱਜ ਲੈ ਲਾਂ ਫੇਰੇ। ਤੁਹਾਡਾ ਤੇ ਬਾਬਾ ਅਜੀਤ ਸਿੰਘ ਜੀ ਵਿਆਹ ਹੋ ਹੀ ਰਿਹਾ ਵਾ, ਤੁਹਾਡਾ ਦੂਸਰਾ ਭਰਾ ਵੀ ਮੌਤ ਨੇ ਕਿਹਾ ਸਾਨੂੰ ਬੜਾ ਪਸੰਦ ਆ, ਇਹਦੇ ਵੀ ਇੱਥੇ ਫੇਰੇ ਹੋ ਜਾਣ। ਅੱਗੋਂ ਕਿਹਾ ਅਜੀਤ ਜੀ ਮਨਜ਼ੂਰ ਹੈ ਸਾਨੂੰ, ਅੱਜ ਤੋਂ ਵੀਰਾ ਆਪਣਾ ਮੈਂ ਦਿਆਂ ਤੁਹਾਨੂੰ। ਆਖੋ ਆਪਣੇ ਬਾਬਲੇ ਨੂੰ ਕਾਜ ਰਚਾਏ, ਅੱਗੜ ਪਿਛੜ ਸਾਡੀਆਂ ਲਾਵਾਂ ਪੜਵਾਏ। ਸਾਹਿਬਜ਼ਾਦਾ ਅਜੀਤ ਸਿੰਘ ਨੇ ਕਿਹਾ ਇੱਦਾਂ ਕਰੋ, ਪਹਿਲਾਂ ਮੇਰੀਆਂ ਲਾਵਾਂ ਪੜ੍ਹ ਦਿਓ, ਉਸ ਤੋਂ ਬਾਅਦ ਮੇਰੇ ਭਰਾ ਬਾਬਾ ਜੁਝਾਰ ਸਿੰਘ ਦੀਆਂ ਲਾਵਾਂ ਪੜ੍ਹ ਦਿਓ। ਲਓ ਜੀ ਆਇਆ ਫੇਰਿਆਂ ਦਾ ਵਕਤ ਸੁਹਾਵਾ, ਲਓ ਜੀ ਹੋਵਣ ਲੱਗਿਆ ਜੇ ਗੰਢ ਚਤਰਾਵਾ। ਲਓ ਜੀ ਬਾਬਲ ਮੌਤ ਦੇ ਪੱਲੇ ਪਕੜਾਏ, ਅੱਗੜ ਪਿਛੜ ਟੁਰ ਪਏ ਦਸ਼ਮੇਸ਼ ਦੇ ਜਾਏ। ਹੁਣ ਫਿਰ 4 ਲਾਵਾਂ ਪੜ੍ਹੀਆਂ ਜਾਣ ਲੱਗੀਆਂ ਜੰਗ ਦੇ ਮੈਦਾਨ 'ਚ। ਪਹਿਲੀ ਲਾਂ ਵਿੱਚ ਰਹਿ ਗਿਆ ਨਾ ਕੋਈ ਵੀ ਸੁੱਕਾ, ਇੱਕ ਇੱਕ ਤੀਰ ਕਮਾਨ ਚੋਂ 10-10 ਨੂੰ ਠੁੱਕਾ। ਦੂਜੀ ਲਾਂ ਵਿੱਚ ਵੈਰੀਆਂ ਦੇ ਲਾਹੇ ਆਹੂ, ਤੀਜੀ ਲਾਂ ਵਿੱਚ ਬਣ ਗਏ ਉਹ ਕੇਤੂ ਰਾਹੂ। ਇਹ ਬੜੀਆਂ ਡੂੰਘੀਆਂ ਰਮਜ਼ਾਂ ਨੇ। ਜਿਵੇਂ ਰਾਹੂ ਤੇ ਕੇਤੂ ਚੰਦਰਮਾ ਦਾ ਰਸਤਾ ਰੋਕ ਲੈਂਦੇ ਆ ਨਾ, ਮੰਨਿਆ ਜਾਂਦਾ ਮਿਥਿਆਲੋਜੀ ਦੇ ਅਨੁਸਾਰ, ਇੱਥੇ ਸਾਹਿਬਜ਼ਾਦੇ ਦਾ ਰਸਤਾ ਜਿਹੜਾ ਨਾ ਤੀਜੀ ਲਾਂ ਵਿੱਚ ਰਾਹੂ ਤੇ ਕੇਤੂ ਨੇ ਰੋਕਿਆ ਹੋਇਆ, ਭਾਵ ਦੁਸ਼ਮਣਾਂ ਨੇ ਰੋਕਿਆ ਹੋਇਆ ਵਾ। ਪਹਿਲੀ ਲਾਂ ਦੇ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨੇ ਇੱਕ ਇੱਕ ਤੀਰ 10 ਦੇ ਵਿੱਚੋਂ ਦੀ ਲੰਘਾ ਦਿੱਤਾ। ਦੂਸਰੀ ਲਾਂ ਦੇ ਵਿੱਚ ਵੈਰੀਆਂ ਦੇ ਆਹੂ ਲਾ ਦਿੱਤੇ। ਤੀਸਰੀ ਲਾਂ ਦੇ ਵਿੱਚ ਉਹ ਰਾਹੂ ਤੇ ਕੇਤੂ ਬਣ ਕੇ ਸਾਹਿਬਜ਼ਾਦੇ ਦਾ ਰਸਤਾ ਰੋਕ ਕੇ ਬਹਿ ਗਏ। ਚੌਥੀ ਲਾਂ ਵਿੱਚ ਲਾੜਿਆਂ ਉਹ ਹਸ਼ਰ ਮਚਾਇਆ, ਦੁਸ਼ਮਣ ਕਹਿੰਦਾ ਬਖਸ਼ ਦੇ ਅੱਜ ਜਾਨ ਖੁਦਾਇਆ। 4 ਲਾਵਾਂ ਹੋ ਗਈਆਂ। ਤੀਰ ਮੁੱਕੇ ਜਾਂ ਭੱਥਿਓਂ ਤਾਂ ਨੇਜਾ ਫੜਿਆ, ਲੜ ਲੱਗੀ ਹੋਈ ਮੌਤ ਦਾ ਵਰ ਡਟ ਕੇ ਲੜਿਆ। ਤੀਰ ਮੁੱਕ ਗਏ ਤੇ ਸਾਹਿਬਜ਼ਾਦਾ ਜੀ ਨੇ ਫਿਰ ਨੇਜਾ ਫੜ ਲਿਆ। ਲਾ ਕੇ ਸ਼ੇਰਾਂ ਬਾਂਕਿਆਂ ਲਾਸ਼ਾਂ ਦੀਆਂ ਧਾਂਕਾਂ, ਮਤਲਬ ਢੇਰ ਲਾ ਦਿੱਤੇ ਲਾਸ਼ਾਂ ਦੇ।
ਸਾਹਿਬਜ਼ਾਦਾ ਅਜੀਤ ਸਿੰਘ ਦੇ ਆਲੇ ਦੁਆਲੇ ਵੈਰੀਆਂ ਦੀਆਂ ਲਾਸ਼ਾਂ ਹੀ ਲਾਸ਼ਾਂ ਪਈਆਂ। ਲਾ ਕੇ ਸ਼ੇਰਾਂ ਬਾਂਕਿਆਂ ਲਾਸ਼ਾਂ ਦੀਆਂ ਧਾਂਕਾਂ, ਫੇਰ ਚੜਾਈਆਂ ਮੌਤ ਦੀ ਵੀਣੀ ਵਿੱਚ ਬਾਂਕਾਂ। ਡੋਲੀ ਦੇ ਵਿੱਚ ਬਾਬਲੇ ਜਦ ਮੌਤਾਂ ਪਾਈਆਂ, ਨਾਹਰ ਖਾਂ ਸੀ ਲੱਗਿਆ ਇੰਜ ਦੇਣ ਦੁਹਾਈਆਂ। ਨਾਹਰ ਖਾਂ ਜਿਹੜਾ ਇੱਦਾਂ ਬੋਲਿਆ, ਟੁੱਟੇ ਦੰਦਾਂ ਨਾਲ ਮਸਾਂ ਇਹ ਬਾਲ ਦੋ ਚਿੱਥੇ, ਐ ਪਰ ਇਹਨਾਂ ਲਾੜਿਆਂ ਦਾ ਬਾਪ ਹੈ ਕਿੱਥੇ। ਹਾਲੀ ਨਾਹਰ ਖਾਨ ਦਾ ਨਾ ਫਿਕਰਾ ਮੁੱਕਾ, ਸਿੱਧਾ ਮੂੰਹ ਵਿੱਚ ਆਣ ਕੇ ਇੱਕ ਤੀਰ ਸੀ ਠੁੱਕਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫਿਰ ਚਮਕੌਰ ਦੀ ਕੱਚੀ ਗੜੀ ਤੋਂ ਜਦੋਂ ਉਹਨੇ ਕਿਹਾ ਨਾ ਵੀ ਇਹ ਤੇ ਬੱਚੇ ਆ ਤੇ ਇਹਨਾਂ ਦਾ ਪਿਤਾ ਕਿੱਥੇ ਆ, ਮਹਾਰਾਜ ਨੇ ਉੱਥੋਂ ਇੱਕ ਨਿਸ਼ਾਨਾ ਮਾਰਿਆ ਜਿਹੜਾ ਨਾਹਰ ਖਾਨ ਦੇ ਮੂੰਹ ਵਿੱਚ ਆਣ ਕੇ ਵੱਜਾ ਤੀਰ ਸਿੱਧਾ। ਜਿਸ ਦੇ ਨਾਲ ਸੀ ਬੰਨਿਆ ਸਤਿਗੁਰਾਂ ਨੇ ਰੁੱਕਾ, ਸਮਝੋ ਗੁਰੂ ਗੋਬਿੰਦ ਸਿੰਘ ਹੁਣ ਮਗਰੇ ਢੁੱਕਾ। ਸਾਡੀ ਰੀਝ ਸੀ ਵੇਖੀਏ ਮੁਗਲਾਂ ਦੀਆਂ ਭੇਡਾਂ, ਅੱਖੀਂ ਜਾਈਏ ਵੇਖ ਕੇ ਪੁੱਤਰਾਂ ਦੀਆਂ ਖੇਡਾਂ। ਕੋਟੋ ਕੋਟ ਧੰਨਵਾਦ ਹੈ ਤੇਰਾ ਕਰਤਾਰਾ, ਨਿਰਵਿਘਨ ਸਮਾਪਤ ਹੋ ਗਿਆ ਮੇਰਾ ਕਾਰਜ ਸਾਰਾ। ਵੇਖੇ ਅੱਖੀਂ ਬੈਠ ਕੇ ਮੈਂ ਕੁੱਲ ਨਜ਼ਾਰੇ, ਰਣ ਵਿੱਚ ਜੂਝੇ ਕਿਸ ਤਰ੍ਹਾਂ ਮੇਰੇ ਜੀਤ ਜੁਝਾਰੇ। ਪੁੱਤਾਂ ਤੋਂ ਵੀ ਵੱਧ ਕੇ ਮੈਨੂੰ ਸਿੱਖ ਪਿਆਰੇ, ਪਾ ਗਏ ਅੱਜ ਸ਼ਹੀਦੀਆਂ ਮੇਰੇ ਦੇਸ਼ ਦੁਲਾਰੇ। ਮੈਂ ਗੜੀ ਚਮਕੌਰ ਦੀ ਕੀ ਹੋਰ ਸੁਣਾਵਾਂ, ਸਤਿਗੁਰ ਨਾਲ ਸੀ ਰਹਿ ਗਿਆ ਸਿੱਖ ਟਾਵਾਂ ਟਾਵਾਂ। ਬਹੁਤ ਸਾਰੇ ਸਿੰਘ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ ਆ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਹੁਣ ਟਾਵਾਂ ਟਾਵਾਂ ਸਿੱਖ ਰਹਿ ਗਿਆ। ਮਾਫ ਕਰੀ ਐ ਸ਼ਾਇਰਾ ਹੈ ਕਠਨ ਸਮੱਸਿਆ, ਸਿੰਘਾਂ ਦਾ ਮੈਂ ਹਾਲ ਹੈ ਤੈਨੂੰ ਥੋੜਾ ਦੱਸਿਆ। ਚਮਕੌਰ ਦੀ ਗੜੀ ਕਹਿਣ ਲੱਗੀ ਵੀ ਮੈਂ ਤੈਨੂੰ ਸਾਰੀ ਕਥਾ ਨਹੀਂ ਹੈ ਇਹ ਸ਼ਾਇਰ ਸੁਣਾਈ, ਸੰਖੇਪ 'ਚ ਸੁਣਾਈ ਆ, ਸਾਹਿਬਜ਼ਾਦਿਆਂ ਦੀ ਕਥਾ ਸੁਣਾਈ ਆ, ਵਿਸਥਾਰ 'ਚ ਨਹੀਂ ਸਾਰੀ ਗੱਲ ਦੱਸੀ। ਸਿੰਘਾਂ ਨੇ ਜੋ ਖੇਡੀਆਂ ਇੱਥੇ ਖੜਗਾਂ ਢਾਲਾਂ, ਦੁਨੀਆ ਵਿੱਚ ਨਾ ਉਹਦੀਆਂ ਕਿਤੇ ਮਿਲਣ ਮਿਸਾਲਾਂ। ਜਿੰਨਾ ਪਿਆਰ ਗੋਬਿੰਦ ਤੋਂ ਗੁਰ ਸਿੱਖਾਂ ਪਾਇਆ, ਉਹਨਾਂ ਜੀਤ ਜੁਝਾਰ ਦੇ ਨਾ ਹਿੱਸੇ ਆਇਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਸਾਹਿਬਜ਼ਾਦਿਆਂ ਦੇ ਨਾਲੋਂ ਵੱਧ ਕੇ ਸਿੱਖਾਂ ਨਾਲ ਪਿਆਰ ਕੀਤਾ। ਸਤਿਗੁਰ ਛੱਡੇ ਤੀਰ ਉਹ ਜੋ ਨਾਗ ਕੁਰੁੰਡੇ, ਮੁਗਲਾਂ ਦੇ ਜਰਨੈਲ ਸੀ ਚੁਣ ਚੁਣ ਕੇ ਫੁੰਡੇ। ਬੋਲੇ ਸੱਚੇ ਪਾਤਸ਼ਾਹ ਉਹ ਮੁਗਲ ਪਠਾਣੋ, ਸਿਪਾਹਗਰੀ ਦੇ ਹੋਸ਼ਿਓ ਕੁਝ ਕਦਰ ਪਛਾਣੋ। ਲੋਕ ਲੋਕ ਹੱਲਾ ਬੋਲਦੇ ਹੋ ਕਾਇਰ ਲੋਕੋ, ਰੋਕੋ ਮੇਰੇ ਤੀਰ ਦਾ ਇੱਕ ਵਾਰ ਤੇ ਰੋਕੋ। ਸੁਣ ਲਓ ਲਸ਼ਕਰ ਵਾਲਿਓ ਵੱਡਿਓ ਜਰਨੈਲੋ, ਮੁੱਕ ਗਿਆ ਜੇ ਹੌਸਲਾ ਤਾਂ ਮੈਥੋਂ ਲੈ ਲਓ। ਲਸ਼ਕਰ ਹੋਰ ਮੰਗਾ ਲਓ ਨੇ ਮਿਲਦੇ ਜਿੱਥੋਂ, ਜਿਗਰਾ ਗੁਰੂ ਗੋਬਿੰਦ ਦਾ ਪਰ ਆਏਗਾ ਕਿੱਥੋਂ। ਤੁਹਾਡੀਆਂ ਫੌਜਾਂ ਤੇ ਲੱਖਾਂ ਦੀ ਗਿਣਤੀ 'ਚ ਨੇ ਪਰ ਤੁਹਾਡੇ ਵਿੱਚ ਹੌਸਲਾ ਨਹੀਂ। ਸਤਿਗੁਰ ਨੇ ਫਿਰ ਗੱਜ ਕੇ ਛੱਡਿਆ ਜੈਕਾਰਾ, ਥਰ 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 ਕੰਬਿਆ ਸੀ ਦੁਸ਼ਮਣ ਸਾਰਾ। ਲੜਦੇ ਲੜਦੇ ਪੈ ਗਈਆਂ ਜਦ ਉੱਪਰੋਂ ਸ਼ਾਮਾਂ, ਰੁਕਿਆ ਵੱਜਦਾ ਵੱਜਦਾ ਜਦ ਗਗਨ ਦਮਾਮਾ। ਬਿਲਕੁਲ ਇਹੀ ਸਮਾਂ ਵਾ, ਜੰਗ ਹੁੰਦਾ ਰਿਹਾ, ਸਿੰਘ ਸ਼ਹੀਦ ਹੁੰਦੇ ਰਹੇ, ਸ਼ਾਮ ਦਾ ਸਮਾਂ ਪੈ ਗਿਆ ਲੜਦਿਆਂ ਲੜਦਿਆਂ। ਅੱਜ ਦੀ ਰਾਤ ਜਿਹੜੀ ਸ਼ੁਰੂ ਹੋਈ ਨਾ, ਇਸ ਰਾਤ ਫਿਰ ਕੀ ਹੋਇਆ ਵਾ, ਸਾਹਿਬਜ਼ਾਦੇ ਤੇ ਅੱਜ ਦਿਨੇ ਸ਼ਹੀਦ ਹੋ ਗਏ ਆ ਸ਼ਾਮ ਤੱਕ। ਅੱਜ
ਸਿੱਖਾਂ ਕੀਤੀ ਜੋਦੜੀ ਗਲ ਪੱਲਾ ਪਾ ਕੇ ਚਲੇ ਜਾਓ ਤੁਸੀਂ ਪਾਤਸ਼ਾਹ ਇਥੋਂ ਜਾਨ ਬਚਾ ਕੇ। ਤਦ ਤੱਕ ਦੁਸ਼ਮਣ ਰੋਕੀਏ ਅਸੀਂ ਜਿੰਦ ਲੜਾ ਕੇ, ਜਦ ਤੱਕ ਕਿਧਰੇ ਦੂਰ ਨਾ ਤੁਸੀਂ ਪਹੁੰਚੋ ਜਾ ਕੇ। ਸਤਿਗੁਰ ਅੱਗੋਂ ਬੋਲਦੇ ਓਏ ਸਿੱਖ ਸਰਦਾਰੋ, ਗੱਲ ਕਰੋ ਕੋਈ ਹੋਸ਼ ਦੀ ਕੁਝ ਸੋਚ ਵਿਚਾਰੋ। ਟੁਰ ਜਾਏ ਅੱਜ ਗੋਬਿੰਦ